हाँ जी स्टूडेंट्स वेलकम करते हैं ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਅਸ਼ੋਕ ਦੇ ਧਰਮ, ਠੀਕ ਹੈ, ਅਸ਼ੋਕ ਦਾ ਧੰਮ, ਅਸ਼ੋਕ ਦੇ ਧਰਮ ਦੇ ਸਿਧਾਂਤ, ਠੀਕ ਹੈ, ਤੇ ਨਾਲ ਦੀ ਨਾਲ ਆਪਾਂ ਮੌਰੀਆ ਸਾਮਰਾਜ ਦੇ ਪਤਨ ਦੇ ਕਾਰਨ ਕਰਾਂਗੇ। ਤੇ ਇਸ ਚੈਪਟਰ ਦਾ ਆਪਣਾ ਜਿਹੜੇ ਕਿ 2-3-4 ਕੇ ਕੁਐਸਚਨ ਬਣਦੇ ਨੇ। ਇਹਦੇ ਵਿੱਚ ਜਿਹੜੇ ਕਿ ਆਪਾਂ ਇੱਕ ਆਲਰੇਡੀ ਅਪਲੋਡ ਕਰ ਚੁੱਕੇ ਆ ਕਿ ਚੰਦਰਗੁਪਤ ਮੌਰੀਆ ਦੇ ਜਿੱਤਾਂ ਤੇ ਚੰਦਰਗੁਪਤ ਮੌਰੀਆ ਦਾ ਜਿਹੜੇ ਕਿ ਸ਼ਾਸਨ ਪ੍ਰਬੰਧ ਉਹ ਆਲਰੇਡੀ ਆਪਾਂ ਅਪਲੋਡ ਹੋ ਚੁੱਕਿਆ। ਤੇ ਹੁਣ ਇਸ ਦੇ ਵਿੱਚ ਆਪਾਂ ਅਸ਼ੋਕ ਦਾ ਧੰਮ, ਠੀਕ ਹੈ, ਅਸ਼ੋਕ ਦਾ ਧੰਮ ਦੇ ਸਿਧਾਂਤ ਕੀ ਸੀ ਤੇ ਅਸ਼ੋਕ ਤੋਂ ਬਾਅਦ ਜਿਹੜੇ ਕਿ ਮੌਰੀਆ ਸਾਮਰਾਜ ਦੇ ਪਤਨ ਦੇ ਕਾਰਨ ਕੀ ਸੀ, ਆਪਾਂ ਇਹ ਕਰਾਂਗੇ। ਤੇ ਇਹਦੇ ਵਿੱਚ ਸਟੂਡੈਂਟ ਸਭ ਤੋਂ ਪਹਿਲਾਂ ਤੁਹਾਨੂੰ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਇੰਟਰੋਡਕਸ਼ਨ ਦੇ ਲਈ ਇਹਦਾ ਅਸ਼ੋਕ ਬਾਰੇ ਜ਼ਰੂਰ ਪੜ੍ਹ ਲੈਣਾ, ਠੀਕ ਹੈ। ਅਸ਼ੋਕ ਜਿਹੜੇ ਕਿ ਬਿੰਦੂਸਾਰ ਦੀ ਜਦੋਂ ਮੌਤ ਹੋ ਗਈ, ਮੌਰੀਆ ਸਾਮਰਾਜ ਦਾ ਸੰਸਥਾਪਕ ਸੀ ਚੰਦਰਗੁਪਤ ਮੌਰੀਆ। ਚੰਦਰਗੁਪਤ ਮੌਰੀਆ ਦੀ ਮੌਤ ਤੋਂ ਬਾਅਦ ਬਿੰਦੂਸਾਰ ਬਣਦਾ ਤੇ ਬਿੰਦੂਸਾਰ ਤੋਂ ਬਾਅਦ ਜਿਹੜੇ ਕਿ ਅਸ਼ੋਕ, ਤਾਂ ਆਪਾਂ ਕਹਿ ਸਕਦੇ ਕਿ ਅਸ਼ੋਕ ਦਾ ਦਾਦਾ ਸੀ ਚੰਦਰਗੁਪਤ ਮੌਰੀਆ, ਠੀਕ ਹੈ। 273 ਈਸਵੀ ਵਿੱਚ ਜਦੋਂ ਬਿੰਦੂਸਾਰ ਦੀ ਮੌਤ ਹੋ ਗਈ, ਉਸ ਤੋਂ ਬਾਅਦ ਉਹਦਾ ਪੁੱਤਰ ਜਿਹੜੇ ਕਿ ਅਸ਼ੋਕ ਉੱਤਰਾਧਿਕਾਰੀ ਬਣਿਆ ਤੇ ਉਹ ਨਾ ਸਿਰਫ ਮੌਰੀਆ ਵੰਸ਼ ਦਾ ਸਗੋਂ ਵਿਸ਼ਵ ਦੇ ਮਹਾਨ ਸ਼ਾਸਕਾਂ ਦੇ ਵਿੱਚੋਂ ਇੱਕ ਮੰਨਿਆ ਜਾਣ ਲੱਗਿਆ ਅਸ਼ੋਕ, ਠੀਕ ਹੈ। ਤੇ ਜਿਹੜੇ ਕਿ ਕਿਹਾ ਜਾਂਦਾ ਕਿ ਅਸ਼ੋਕ ਦਾ ਜਨਮ ਦੇ ਜਿਹੜੇ ਕਿ 294 ਈਸਵੀ ਪੂਰਵ ਦੇ ਵਿੱਚ ਮੰਨਿਆ ਜਾਂਦਾ, ਬਟ ਕੋਈ ਪ੍ਰਮਾਣਿਕ ਨਹੀਂ। ਤੇ ਅਸ਼ੋਕ ਦੀ ਮਾਤਾ ਦਾ ਨਾਂ ਸੀ ਸ਼ੁਭਦਰੰਗੀ, ਠੀਕ ਹੈ। ਤੇ ਬੋਧੀ ਗ੍ਰੰਥਾਂ ਦੇ ਅਨੁਸਾਰ ਬਿੰਦੂਸਾਰ ਦੇ ਜਿਹੜੇ ਕਿ 16 ਰਾਣੀਆਂ ਸੀ ਤੇ 101 ਪੁੱਤਰ ਸੀ। ਤੇ ਅਸ਼ੋਕ ਆਪਣੇ ਸਾਰੇ ਭਰਾਵਾਂ ਦੇ ਨਾਲੋਂ ਬਹੁਤ ਹੀ ਵਧੀਆ ਲਾਇਕ ਬੱਚਾ ਸੀ ਤੇ ਉਹਦੀ ਯੋਗਤਾ ਨੂੰ ਦੇਖਦੇ ਹੋਏ ਬਿੰਦੂਸਾਰ ਨੇ 18 ਸਾਲ ਦੀ ਉਮਰ ਦੇ ਵਿੱਚ ਹੀ ਅਸ਼ੋਕ ਨੂੰ ਉਜੈਨ ਦਾ ਗਵਰਨਰ ਨਿਯੁਕਤ ਕਰਤਾ ਸੀ। ਹਾਂਜੀ, ਅਸ਼ੋਕ ਆ ਜਿਹੜੇ ਕਿ ਉਜੈਨ ਦਾ ਗਵਰਨਰ ਸੀ ਆਪਣਾ ਰਾਜਾ ਬਣਨ ਤੋਂ ਪਹਿਲਾਂ, ਸਮਰਾਟ ਬਣਨ ਤੋਂ ਪਹਿਲਾਂ, ਠੀਕ ਹੈ। ਉਜੈਨ ਦਾ ਗਵਰਨਰ ਨਿਯੁਕਤ ਕੀਤਾ ਹੋਇਆ ਸੀ ਬਿੰਦੂਸਾਰ ਨੇ। ਤੇ ਬਾਅਦ ਦੇ ਵਿੱਚ ਜਦੋਂ ਤਕਸ਼ੀਲਾ ਦੇ ਵਿੱਚ ਲੋਕਾਂ ਨੇ ਮੌਰੀਆ ਸਾਮਰਾਜ ਦੇ ਵਿਰੁੱਧ ਬਗਾਵਤ ਕੀਤੀ ਤਾਂ ਇਸ ਵਿਰੋਧ ਬਗਾਵਤ ਨੂੰ ਸ਼ਾਂਤੀਪੂਰਵਕ ਦੇ ਨਾਲ ਹੱਲ ਕੀਤਾ ਸੀ ਅਸ਼ੋਕ ਨੇ। ਤਾਂ ਇਸ ਦੀ ਸਫਲਤਾ ਤੋਂ ਫਿਰ ਅਸ਼ੋਕ ਨੇ ਤਕਸ਼ੀਲਾ ਦਾ ਜਿਹੜੇ ਕਿ ਗਵਰਨਰ ਨਿਯੁਕਤ ਕਰਤਾ ਸੀ। ਤੇ 273 ਈਸਵੀ ਪੂਰਵ ਦੇ ਵਿੱਚ ਜਦੋਂ ਬਿੰਦੂਸਾਰ ਦੀ ਮੌਤ ਹੋ ਗਈ ਤਾਂ ਉਸ ਤੋਂ ਪਿੱਛੋਂ ਰਾਜਗੱਦੀ ਤੇ ਬੈਠਾ ਸੀ ਅਸ਼ੋਕ। ਤੇ 269 ਈਸਵੀ ਪੂਰਵ ਦੇ ਵਿੱਚ ਜਿਹੜੇ ਕਿ ਅਸ਼ੋਕ ਦਾ ਰਾਜ ਤਿਲਕ ਹੋਇਆ। 269 ਈਸਵੀ ਪੂਰਵ ਦੇ ਵਿੱਚ ਰਾਜ ਤਿਲਕ ਹੋਇਆ। ਤੇ ਇਹਦੇ ਵਿੱਚ ਦੇਰੀ ਤਾਂ ਹੋਈ ਕਿਉਂਕਿ ਰਾਜਗੱਦੀ ਦੀ ਪ੍ਰਾਪਤੀ ਲਈ ਜਿਹੜੇ ਕਿ ਉਹਨੂੰ ਆਪਣੇ ਭਰਾਵਾਂ ਦੇ ਨਾਲ ਲੜਨਾ ਪਿਆ। ਤੇ ਜਿਹੜੇ ਕਿ ਬੌਧ ਪਰੰਪਰਾ ਦੇ ਅਨੁਸਾਰ ਅਸ਼ੋਕ ਨੇ ਆਪਣੇ 99 ਭਰਾਵਾਂ ਨੂੰ ਜਿਹੜੇ ਕਿ ਮਾਰ ਕੇ ਰਾਜਗੱਦੀ ਹਾਸਲ ਕੀਤੀ ਸੀ। ਤੇ ਬਹੁਤ ਸਾਰੇ ਇਤਿਹਾਸਕਾਰ ਇਸ ਵਿਚਾਰ ਨਾਲ ਸਹਿਮਤ ਨਹੀਂ ਹੈਗੇ। ਤੇ ਅਸ਼ੋਕ ਦੀ ਰਾਜਗੱਦੀ ਪ੍ਰਾਪਤੀ ਕਰਨ ਤੋਂ ਬਾਅਦ 232 ਈਸਵੀ ਪੂਰਵ ਤੱਕ ਜਿਹੜੇ ਕਿ ਅਸ਼ੋਕ ਨੇ ਰਾਜ ਕੀਤਾ। 269 ਈਸਵੀ ਪੂਰਵ ਤੋਂ ਲੈ ਕੇ 232 ਈਸਵੀ ਪੂਰਵ ਤੱਕ ਜਿਹੜੇ ਕਿ ਰਾਜ ਕੀਤਾ ਸੀ। ਤੇ ਇਹਨੇ ਜਿਹੜੇ ਕਿ ਇਹਦੀ ਕਲਿੰਗ ਜਿੱਤ ਬਹੁਤ ਮਹੱਤਵਪੂਰਨ ਜਿੱਤ ਆ, ਜਿਹੜੇ ਕਿ ਕਲਿੰਗ ਉੜੀਸਾ ਦੇ ਵਿੱਚ ਸੀ। ਤੇ ਕਲਿੰਗ ਨੂੰ ਜਿੱਤਣ ਦੇ ਲਈ ਉਹਨੇ ਆਪਣੀ ਵਿਸ਼ਾਲ ਸੈਨਾ ਲੈ ਕੇ ਗਿਆ ਸੀ। 261 ਈਸਵੀ ਪੂਰਵ ਦੇ ਵਿੱਚ ਜਿਹੜੇ ਕਿ ਕਲਿੰਗ ਨੂੰ ਜਿੱਤਿਆ ਸੀ। ਬਟ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਕਿ 1 ਲੱਖ ਤੋਂ ਵੱਧ ਲੋਕ ਮਾਰੇ ਗਏ ਤੇ 1.5 ਲੱਖ ਦੇ ਤਕਰੀਬ ਜਿਹੜੇ ਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਸੀ। ਤੇ ਜਿਸ ਕਰਕੇ ਇਹਦੇ ਬਹੁਤ ਜਿਹੜੇ ਕਿ ਮਨ ਦੁਖੀ ਹੋਇਆ, ਜਿਸ ਕਰਕੇ ਅਸ਼ੋਕ ਨੇ ਯੁੱਧਾਂ ਨੂੰ ਤਿਆਗ ਕੇ ਹਮੇਸ਼ਾ ਲਈ ਜਿਹੜੇ ਕਿ ਬੁੱਧ ਧਰਮ ਨੂੰ ਅਪਣਾ ਲਿਆ ਸੀ। ਤੇ ਹੁਣ ਆਪਾਂ ਕਰਦੇ ਹਾਂ ਅਸ਼ੋਕ ਦੇ ਧੰਮ ਦਾ ਸਿਧਾਂਤ, ਠੀਕ ਹੈ। ਅਸ਼ੋਕ ਦਾ ਧੰਮ ਦੇਖੋ, ਤੁਹਾਨੂੰ ਕੁਐਸਚਨ ਜਿਵੇਂ ਮਰਜ਼ੀ ਆ ਜਾਏ ਕਿ ਅਸ਼ੋਕ ਦੇ ਧੰਮ ਜਾਂ ਨੈਤਿਕਤਾ ਦੇ ਧਰਮ, ਨੈਤਿਕਤਾ ਦੇ ਧਰਮ ਦੀ ਪਰਿਭਾਸ਼ਾ ਦਿਓ ਤੇ ਮੁੱਖ ਸਿਧਾਂਤਾਂ ਦੀ ਵਿਆਖਿਆ ਕਰੋ, ਠੀਕ ਹੈ। ਤੇ ਅਸ਼ੋਕ ਦੇ ਧੰਮ ਦਾ ਮਹੱਤਵ ਕੀ ਸੀ, ਅਸ਼ੋਕ ਦੇ ਧੰਮ ਦਾ ਵਰਣਨ ਕਰੋ, ਜਿਵੇਂ ਮਰਜ਼ੀ ਕੁਐਸਚਨ ਆ ਜਾਏ ਤੁਹਾਨੂੰ, ਠੀਕ ਹੈ। ਅਸ਼ੋਕ ਦੇ ਧੰਮ ਬਾਰੇ ਤਾਂ ਇਹਦੇ ਵਿੱਚ ਅਸ਼ੋਕ ਦਾ ਨਾਂ ਸਾਰੇ ਵਿਸ਼ਵ ਇਤਿਹਾਸ ਦੇ ਵਿੱਚ ਜਿਹੜੇ ਕਿ ਉਸ ਦੁਆਰਾ ਚਲਾਏ ਗਏ ਧੰਮ ਜਾਂ ਧਰਮ ਦੇ ਕਾਰਨ ਪ੍ਰਸਿੱਧ ਹੈ। ਤੇ ਸ਼ੁਰੂ ਦੇ ਵਿੱਚ ਅਸ਼ੋਕ ਪਹਿਲਾਂ ਸ਼ਿਵ ਜੀ ਦਾ ਪੁਜਾਰੀ ਸੀ, ਬਟ ਜਦੋਂ ਕਲਿੰਗ ਨੂੰ ਜਿੱਤਣ ਤੋਂ ਬਾਅਦ ਉਹਨੇ ਜਿਹੜੇ ਕਿ ਬੁੱਧ ਧਰਮ ਸਵੀਕਾਰ ਕਰ ਲਿਆ ਸੀ। ਤੇ ਜਿਹੜੇ ਕਿ ਅਸ਼ੋਕ ਦੇ ਵਿਲੇਖਾਂ ਦੇ ਵਿੱਚ ਵਰਤੇ ਗਏ ਧੰਮ ਸ਼ਬਦ ਦਾ ਜਿਹੜੇ ਕਿ ਸੰਬੋਧਨ ਬੁੱਧ ਧਰਮ ਵੱਲ ਹੈ। ਪਰ ਇਸ ਵਿਸ਼ੇ ਨੂੰ ਲੈ ਕੇ ਵਿਦਵਾਨਾਂ ਦੇ ਵਿੱਚ ਮਤਭੇਦ ਨੇ ਕਿ ਅਸਲ ਦੇ ਵਿੱਚ ਅਸ਼ੋਕ ਦੇ ਧੰਮ ਦੇ ਵਿੱਚ ਕੀ ਸੀ। ਸਾਰੇ ਧਰਮਾਂ ਦੇ ਸਿਧਾਂਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਤਾਂ ਉਹਨੇ ਜਿਹੜੇ ਕਿ ਇੱਕ ਨਵਾਂ ਧਰਮ ਪ੍ਰਚਲਿਤ ਕੀਤਾ ਸੀ ਅਸ਼ੋਕ ਨੇ। ਸਾਰੇ ਧਰਮਾਂ ਦੇ ਨੈਤਿਕ ਸਿਧਾਂਤਾਂ ਨੂੰ ਅਸ਼ੋਕ ਨੇ ਕੀ ਨਾਂ ਦਿੱਤਾ ਸੀ, ਧੰਮ ਦਾ ਨਾਂ, ਠੀਕ ਹੈ। ਹਾਂਜੀ, ਧੰਮ ਦੀ ਸਥਾਪਨਾ ਕਿਉਂ ਕੀਤੀ ਗਈ ਸੀ? ਪਹਿਲਾਂ ਤਾਂ ਵੰਸ਼ ਦਾ ਪ੍ਰਭਾਵ। ਸ਼ੁਰੂ ਤੋਂ ਹੀ ਮੌਰੀਆ ਸ਼ਾਸਕ ਜਿਹੜੇ ਕਿ ਉਦਾਰ ਧਾਰਮਿਕ ਵਿਚਾਰਾਂ ਵਾਲੇ ਸੀ ਤੇ ਉਹਨਾਂ ਨੇ ਆਪਣੇ ਧਰਮ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਪੂਰੀ ਸ਼ਰਧਾ ਦੇ ਨਾਲ ਪਾਲਣਾ ਕਰਦੇ ਸੀ ਤੇ ਹੋਰਾਂ ਧਰਮਾਂ ਪ੍ਰਤੀ ਵੀ ਸਹਿਣਸ਼ੀਲਤਾ ਨੀਤੀ ਅਪਣਾਉਂਦੇ ਸੀ। ਤਾਂ ਚੰਦਰਗੁਪਤ ਮੌਰੀਆ ਨੇ ਜਿਹੜੇ ਕਿ ਜੈਨ ਧਰਮ ਗ੍ਰਹਿਣ ਕੀਤਾ ਸੀ। ਜਿਹੜਾ ਚੰਦਰਗੁਪਤ ਮੌਰੀਆ ਅਸ਼ੋਕ ਦਾ ਦਾਦਾ ਸੀ। ਤੇ ਬਿੰਦੂਸਾਰ ਹੈ ਜਿਹੜੇ ਕਿ ਬੁੱਧ ਧਰਮ ਦੇ ਵਿੱਚ ਸ਼ਰਧਾ ਰੱਖਦਾ ਸੀ। ਤੇ ਮੌਰੀਆ ਸ਼ਾਸਕਾਂ ਨੇ ਜਿਹੜੇ ਕਿ ਯੂਨਾਨੀ ਸ਼ਾਸਕਾਂ ਨਾਲ ਵੀ ਵਧੀਆ ਸੰਬੰਧ ਸੀ, ਜਿਸ ਕਰਕੇ ਅਸ਼ੋਕ ਨੇ ਧਾਰਮਿਕ ਵਿਚਾਰਾਂ ਵਾਲਾ ਜਿਹੜੇ ਕਿ ਸ਼ਾਸਕ ਸੀ। ਤਾਂ ਕਰਕੇ ਜਿਹੜੇ ਕਿ ਅਸ਼ੋਕ ਨੇ ਜਿਹੜੇ ਕਿ ਧਰਮ ਚਲਾਇਆ ਸੀ। ਮਤਲਬ ਕਿ ਕਾਰਨ, ਸਭ ਤੋਂ ਪਹਿਲਾਂ ਅਸ਼ੋਕ ਦੇ ਧਰਮ ਦੇ ਸਿਧਾਂਤ ਲਿਖਣ ਤੋਂ ਪਹਿਲਾਂ ਤੁਸੀਂ ਕਾਰਨਾਂ ਵਾਲਾ ਹੈਡਿੰਗ ਦੇਣਾ, ਠੀਕ ਹੈ। ਕਾਰਨ, ਅਸ਼ੋਕ ਦੇ ਧਰਮ ਜਿਹੜਾ ਕਿ ਉਹਨੇ ਚਲਾਇਆ ਸੀ, ਧੰਮ ਚਲਾਇਆ ਸੀ, ਉਹਦੇ ਕਾਰਨ ਕੀ ਸੀ? ਪਹਿਲਾ ਕੀ ਹੈ, ਵੰਸ਼ ਦਾ ਪ੍ਰਭਾਵ ਸੀ। ਦੂਜਾ, ਸਭ ਤੋਂ ਪਹਿਲਾਂ ਹੈਡਿੰਗ, ਦੂਜਾ ਸਮਾਜਿਕ ਏਕਤਾ ਲਈ, ਥਰਡ ਸੀ ਰਾਜਨੀਤਿਕ ਏਕਤਾ ਲਈ, ਠੀਕ ਹੈ।
ਇਹ 3 ਕਾਰਨਾਂ ਕਰਕੇ ਜਿਹੜੇ ਕਿ ਅਸ਼ੋਕ ਨੇ ਆਪਣਾ ਧਰਮ ਚਲਾਇਆ ਸੀ, ਅਸ਼ੋਕ ਦਾ ਧੰਮ। ਫਿਰ ਆਪਾਂ ਇਹਦਾ ਸਿਧਾਂਤ ਕਰਾਂਗੇ, ਫਿਰ ਅਸ਼ੋਕ ਦੇ ਧੰਮ ਦੇ ਕੀ ਪ੍ਰਭਾਵ ਪਏ ਫਿਰ ਉਹ ਕਰਾਂਗੇ, ਠੀਕ ਹੈ। ਅੱਗੇ ਹੈਗਾ ਸਮਾਜਿਕ ਏਕਤਾ ਲਈ। ਮੌਰੀਆ ਕਾਲ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਕਾਫੀ ਜ਼ਿਆਦਾ ਕੁਰੀਤੀਆਂ ਦੇ ਕਾਰਨ ਬੁੱਧ ਧਰਮ, ਜੈਨ ਧਰਮ ਦਾ ਬਹੁਤ ਤੇਜ਼ੀ ਨਾਲ ਪ੍ਰਸਾਰ ਹੋ ਰਿਹਾ ਸੀ ਤੇ ਇਹੋ ਜਿਹੀ ਸਥਿਤੀ ਦੇ ਵਿੱਚ ਵਾਤਾਵਰਨ ਅਸ਼ਾਂਤ ਸੀ ਤਾਂ ਨਵੇਂ ਪੁਰਾਣੇ ਧਰਮਾਂ ਦੇ ਵਿੱਚ ਜਿਹੜੇ ਟਕਰਾਓ ਤੋਂ ਬਚਣ ਲਈ ਅਸ਼ੋਕ ਨੇ ਧੰਮ ਨੂੰ ਚਲਾਇਆ। ਇਹਦੇ ਵਿੱਚ ਸਾਰੇ ਨੈਤਿਕ ਸਿਧਾਂਤਾਂ ਦਾ ਸੰਗ੍ਰਹਿ ਸੀ। ਦੇਖੋ ਇਹ ਧਰਮ ਜਿਹੜੇ ਕਿ ਨੈਤਿਕ ਸਿਧਾਂਤਾਂ ਦਾ ਸੰਗ੍ਰਹਿ ਸੀ। ਅੱਗੇ ਹੈਗਾ ਰਾਜਨੀਤਿਕ ਏਕਤਾ ਲਈ। ਅਸ਼ੋਕ ਨੇ ਰਾਜਨੀਤਿਕ ਕਾਰਨਾਂ ਕਰਕੇ ਵੀ ਧੰਮ ਨੂੰ ਪ੍ਰਚਲਿਤ ਕੀਤਾ ਤੇ ਉਸ ਸਮੇਂ ਮੌਰੀਆ ਸਾਮਰਾਜ ਕਾਫੀ ਜ਼ਿਆਦਾ ਵੱਡਾ ਹੋ ਗਿਆ ਸੀ, ਜਿਸ ਕਰਕੇ ਇਸ ਸਾਮਰਾਜ ਦੇ ਵਿੱਚ ਵੱਖ-ਵੱਖ ਜਾਤੀਆਂ ਨੂੰ ਇੱਕ ਸੂਤਰ ਦੇ ਵਿੱਚ ਪਰੋ ਕੇ ਰੱਖਣ ਲਈ, ਭਾਵ ਕਿ ਅਲੱਗ-ਅਲੱਗ ਜਿਹੜੇ ਕਿ ਧਰਮ ਨਾਲ ਬਿਲੋਂਗ ਕਰਨ ਵਾਲੇ ਸੀ ਤਾਂ ਉਹਨਾਂ ਨੂੰ ਇੱਕ ਸੂਤਰ ਦੇ ਵਿੱਚ ਬੰਨ੍ਹਣ ਲਈ ਅਸ਼ੋਕ ਨੇ ਜਿਹੜੇ ਕਿ ਧਰਮ ਚਲਾਇਆ ਸੀ। ਤੇ ਇਹਦੇ ਨਾਲ ਜਿਹੜੇ ਕਿ ਇਸ ਦੇ ਲਈ ਜਿਹੜੇ ਕਿ ਉਪਾਅ ਸੰਭਵ ਸੀ। ਪਹਿਲਾ ਫੌਜ ਦੀ ਤਾਕਤ ਤੇ ਜ਼ੋਰ, ਦੂਜਾ ਧੰਮ ਦੇ ਆਧਾਰ ਤੇ ਅਸ਼ੋਕ ਨੇ ਧਰਮ ਨੂੰ ਜਿਹੜੇ ਕਿ ਪ੍ਰਚਲਿਤ ਕਰਨਾ ਠੀਕ ਸਮਝਿਆ। ਤਾਂ ਅਸ਼ੋਕ ਦੇ ਧਰਮ ਚਲਾਉਣ ਦੇ ਕਾਰਨ 3 ਸੀ। ਅਸ਼ੋਕ ਵੰਸ਼ ਦਾ ਪ੍ਰਭਾਵ, ਠੀਕ ਹੈ, ਸਮਾਜਿਕ ਏਕਤਾ, ਧਾਰਮਿਕ ਰਾਜਨੀਤਿਕ ਏਕਤਾ ਲਈ। ਹੁਣ ਅਸ਼ੋਕ ਦੇ ਧਰਮ ਦੇ ਸਿਧਾਂਤ ਕੀ ਸੀ? ਹਾਂਜੀ, ਧੰਮ ਪ੍ਰਕਿਰਤ ਭਾਸ਼ਾ ਦਾ ਸ਼ਬਦ ਹੈ ਜਿਸ ਨੂੰ ਸੰਸਕ੍ਰਿਤ ਭਾਸ਼ਾ ਦੇ ਵਿੱਚ ਧਰਮ ਕਹਿੰਦੇ ਨੇ। ਧੰਮ ਆ ਜਿਹੜੇ ਕਿ ਪ੍ਰਕਿਰਤ ਭਾਸ਼ਾ ਦਾ ਸ਼ਬਦ ਆ ਜਿਸ ਨੂੰ ਆਪਾਂ ਸੰਸਕ੍ਰਿਤ ਦੇ ਵਿੱਚ ਜਿਹੜੇ ਕਿ ਧਰਮ ਕਿਹਾ ਜਾਂਦਾ। ਤੇ ਅਸ਼ੋਕ ਦੇ ਧਰਮ ਦੇ ਸਿਧਾਂਤ ਕੀ ਸੀ? ਅਹਿੰਸਾ ਸੀ। ਅਹਿੰਸਾ ਅਸ਼ੋਕ ਦੇ ਧਰਮ ਦਾ ਮੂਲ ਸਿਧਾਂਤ ਸੀ। ਕਿਸੇ ਵੀ ਮਨੁੱਖ ਨੂੰ ਮਨ, ਬਚਨ ਤੇ ਕਰਮ ਅਨੁਸਾਰ ਕਿਸੇ ਵੀ ਤਰੀਕੇ ਨਾਲ ਕੋਈ ਕਸ਼ਟ ਨਹੀਂ ਦੇਣਾ, ਠੀਕ ਹੈ। ਅਹਿੰਸਾ ਹੁੰਦੀ ਹੈ ਵੀ ਕਿਸੇ ਨੂੰ ਨਾ ਤਾਂ ਮੈਂਟਲੀ ਟੌਰਚਰ ਕਰਨਾ, ਨਾ ਹੀ ਫਿਜ਼ੀਕਲੀ, ਤੇ ਕਿਸੇ ਵੀ ਤਰੀਕੇ ਨਾਲ ਕੋਈ ਚੋਟ ਨਹੀਂ ਉਹਨਾਂ ਨੂੰ ਪਹੁੰਚਾਉਣੀ, ਕਿਸੇ ਨਾਲ ਕੋਈ ਕਸ਼ਟ ਨਹੀਂ ਰੱਖਣਾ ਹੈਗਾ, ਠੀਕ ਹੈ, ਕਸ਼ਟ ਨਹੀਂ ਦੇਣਾ, ਉਹ ਹੁੰਦਾ ਅਹਿੰਸਾ। ਤੇ ਇਸੇ ਸਿਧਾਂਤ ਨੂੰ ਮੰਨ ਕੇ ਅਸ਼ੋਕ ਨੇ ਆਪਣਾ ਸ਼ਿਕਾਰ ਖੇਡਣਾ, ਮਾਸ ਖਾਣਾ ਛੱਡ ਦਿੱਤਾ ਸੀ ਤੇ ਉਸਨੇ ਦਰਬਾਰ ਦੇ ਵਿੱਚ ਪਸ਼ੂ ਮਾਰਨ ਤੇ ਵੀ ਜਿਹੜੀ ਕਿ ਪਾਬੰਦੀ ਲਗਾਈ ਹੋਈ ਸੀ। ਤੇ ਕੁਝ ਜਿਵੇਂ ਕਿ ਕੁਛ ਦਿਨ, ਭਾਵ ਕਿ ਜਿਹੜੇ ਕਿ ਸਾਲ ਦੇ ਵਿੱਚ 365 ਦਿਨ ਹੁੰਦੇ ਨੇ, 365 ਦਿਨਾਂ ਦੇ ਵਿੱਚੋਂ 50 ਦਿਨ ਐਵੇਂ ਦੇ ਫਿਕਸ ਕੀਤੇ ਸੀ ਅਸ਼ੋਕ ਨੇ ਜਿਸ ਦੇ ਵਿੱਚ ਕਿਸੇ ਵੀ ਜਿਹੜੇ ਕਿ ਪਸ਼ੂ ਨੂੰ ਨਹੀਂ ਮਾਰਿਆ ਜਾਣਾ ਸੀ, ਠੀਕ ਹੈ। ਉਸ ਤੋਂ ਅਗਲਾ ਹੈਡਿੰਗ ਵੱਡਿਆਂ ਦਾ ਆਦਰ। ਹਾਂਜੀ, ਸਭ ਤੋਂ ਪਹਿਲਾਂ ਯਾਦ ਕਰਨਾ, ਜੇ ਲੌਂਗ ਕੁਐਸਚਨ ਕੋਈ ਵੀ, ਸਭ ਤੋਂ ਪਹਿਲਾਂ ਹੈਡਿੰਗ ਤੁਸੀਂ ਯਾਦ ਕਰ ਰਹੇ ਨੇ ਸਾਰਿਆਂ ਨੇ, ਹੈਡਿੰਗ, ਠੀਕ ਹੈ। ਜਿਵੇਂ ਅਸ਼ੋਕ ਦੇ ਧਰਮ ਦੇ ਸਿਧਾਂਤ ਤੇ ਅਹਿੰਸਾ, ਵੱਡਿਆਂ ਦਾ ਆਦਰ, ਛੋਟਿਆਂ ਪ੍ਰਤੀ ਪਿਆਰ, ਸੱਚ ਬੋਲਣਾ, ਦਾਨ, ਠੀਕ ਹੈ, ਪਾਪ ਰਹਿਤ ਜੀਵਨ ਬਤੀਤ ਕਰਨਾ, ਧਾਰਮਿਕ ਸਹਿਣਸ਼ੀਲਤਾ, ਸੱਚੇ ਰੀਤੀ ਰਿਵਾਜ, ਕਰਮ ਸਿਧਾਂਤ, ਆਤਮ ਵਿਸ਼ਲੇਸ਼ਣ, ਠੀਕ ਹੈ। ਸਭ ਤੋਂ ਪਹਿਲਾਂ ਹੈਡਿੰਗ ਯਾਦ ਕਰਨੇ ਨੇ। ਹਾਂਜੀ, ਵੱਡਿਆਂ ਦਾ ਆਦਰ ਆ ਜਿਹੜੇ ਕਿ ਅਸ਼ੋਕ ਦੇ ਧਰਮ ਦਾ ਮੁੱਖ ਸਿਧਾਂਤ ਸੀ ਕਿ ਆਪ ਤੋਂ ਜਿਹੜੇ ਕਿ ਵੱਡਿਆਂ ਦਾ ਆਦਰ ਕਰਨਾ ਚਾਹੀਦਾ, ਬੱਚਿਆਂ ਨੂੰ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ, ਚੇਲਿਆਂ ਨੂੰ ਗੁਰੂਆਂ ਦਾ ਜਿਹੜੀ ਕਿ ਆਦਰ ਕਰਨਾ ਚਾਹੀਦਾ, ਸਾਰਿਆਂ ਨੂੰ ਰਿਸ਼ੀ ਮੁਨੀਆਂ ਤੇ ਬ੍ਰਾਹਮਣਾਂ ਪ੍ਰਤੀ ਸ਼ਰਧਾ ਰੱਖਣੀ ਚਾਹੀਦੀ ਹੈ, ਛੋਟਿਆਂ ਪ੍ਰਤੀ ਪਿਆਰ। ਹਾਂਜੀ, ਅਸ਼ੋਕ ਦੇ ਧਰਮ ਦਾ ਇਹ ਵੀ ਸਿਧਾਂਤ ਸੀ ਕਿ ਵੱਡਿਆਂ ਨੂੰ ਛੋਟਿਆਂ ਦੇ ਪ੍ਰਤੀ, ਠੀਕ ਆ, ਪਿਆਰ ਭਾਵਨਾ ਦੇ ਨਾਲ ਰਹਿਣਾ ਚਾਹੀਦਾ, ਸੁਆਮੀ ਨੂੰ ਆਪਣੇ ਸੇਵਕਾਂ ਦੇ ਨਾਲ, ਦਾਸਾਂ ਨੂੰ ਦਇਆ ਤੇ ਪ੍ਰੇਮ ਦਾ ਵਰਤਾਓ ਜਿਹੜੇ ਕਿ ਕਰਨਾ ਚਾਹੀਦਾ। ਇਸ ਤਰ੍ਹਾਂ ਧਨੀ ਲੋਕਾਂ ਨੂੰ ਗਰੀਬ ਲੋਕਾਂ ਦੇ ਨਾਲ, ਠੀਕ ਹੈ, ਸਰਕਾਰੀ ਕਰਮਚਾਰੀ ਨੂੰ ਪਰਜਾ ਦੇ ਨਾਲ ਪ੍ਰੇਮ ਤੇ ਹਮਦਰਦੀ ਭਰਿਆ ਵਰਤਾਓ ਕਰਨਾ ਚਾਹੀਦਾ। ਤੇ ਉਸਨੇ ਦਾਸਾਂ ਤੇ ਨੌਕਰਾਂ ਦੇ ਪ੍ਰਤੀ ਵੀ ਵਿਸ਼ੇਸ਼ ਤੌਰ ਤੇ ਚੰਗੇ ਵਰਤਾਓ ਕਰਨ ਲਈ ਆਦੇਸ਼ ਦਿੱਤੇ। ਅੱਗੇ ਹੈਗਾ ਸੱਚ ਬੋਲਣਾ। ਅਸ਼ੋਕ ਦੇ ਧਰਮ ਦਾ ਸਿਧਾਂਤ ਸੀ ਕਿ ਮਨੁੱਖ ਨੂੰ ਸੱਚ ਬੋਲਣਾ ਚਾਹੀਦਾ। ਇਹ ਸਾਰੇ ਜਿਹੜੇ ਕਿ ਨੈਤਿਕ ਨਿਯਮ ਨੇ, ਠੀਕ ਹੈ। ਤੇ ਦਾਨ, ਅਸ਼ੋਕ ਨੇ ਕਿਹਾ ਸੀ ਕਿ ਅਸ਼ੋਕ ਦੇ ਧਰਮ ਦੇ ਵਿੱਚ ਕਿ ਦਾਨ ਦੇ ਸਿਧਾਂਤ ਨੂੰ ਵੀ ਮਹੱਤਵ ਦਿੱਤਾ ਗਿਆ ਸੀ। ਅਸ਼ੋਕ ਦਾ ਵਿਚਾਰ ਸੀ ਕਿ ਧਰਮ ਦਾਨ ਦਾ ਉੱਤਮ ਰੂਪ ਹੈ, ਠੀਕ ਹੈ। ਸੋ ਵਿਦਵਾਨ ਨੇ, ਜਿਹੜੇ ਬੁੱਢੇ ਪੁਰਸ਼ ਨੇ, ਰਿਸ਼ੀਆਂ, ਇਹਨਾਂ ਨੂੰ ਆਦਿ ਨੂੰ ਆਪਣੇ ਗੁਣਾਂ ਦਾ ਜਿਹੜੇ ਕਿ ਪ੍ਰਸਾਰ ਕਰਨਾ ਚਾਹੀਦਾ। ਮਤਲਬ ਕਿ ਦਾਨ ਦੇਣਾ ਸਿਰਫ ਇਹੀ ਨਹੀਂ ਹੈ ਕਿ ਤੁਸੀਂ ਸੋਨਾ ਚਾਂਦੀ ਹੀ ਦਾਨ ਕਰਨਾ, ਇਸ ਤੋਂ ਇਲਾਵਾ ਜਿਹੜੇ ਕੋਈ ਵਿਦਵਾਨ ਨੇ ਜਾਂ ਕੋਈ ਬਜ਼ੁਰਗ ਨੇ ਜਾਂ ਕੋਈ ਰਿਸ਼ੀ ਮੁਨੀ ਨੇ, ਉਹਨਾਂ ਨੂੰ ਆਪਣੇ ਗੁਣਾਂ ਦਾ ਵੀ ਪ੍ਰਸਾਰ ਦੇਣਾ ਚਾਹੀਦਾ, ਭਾਵ ਕਿ ਜਿਹੜੇ ਉਹਨਾਂ ਦੇ ਵਿੱਚ ਕੁਆਲਿਟੀਜ਼ ਨੇ ਉਹਨਾਂ ਨੂੰ ਅੱਗੇ ਜਿਹੜੇ ਕਿ ਦਾਨ ਦੇ ਤੌਰ ਤੇ ਉਹਨਾਂ ਲੋਕਾਂ ਦੇ ਵਿੱਚ ਵੀ ਉਹਨਾਂ ਨੂੰ ਗੁਣ ਪੈਦਾ ਕਰਨੇ ਚਾਹੀਦੇ ਨੇ, ਉਹ ਹੁੰਦਾ ਦਾਨ, ਠੀਕ ਹੈ। ਮਤਲਬ ਕਿ ਜਿਹੜਾ ਕੋਈ ਵਿਦਵਾਨ ਆ ਤਾਂ ਜਿੰਨੇ ਵੀ ਉਹਨੂੰ ਨੌਲੇਜ ਆ, ਉਹਨੂੰ ਜਦੋਂ ਦੂਜਿਆਂ ਨੂੰ ਸਾਂਝੀ ਕਰੂਗਾ ਉਹਦੇ ਨਾਲ, ਤਾਂ ਉਹ ਸਾਰੀ ਜਾਣਕਾਰੀ ਉਹਦੀ ਵੀ ਬਾਕੀ ਲੋਕਾਂ ਦੇ ਵਿੱਚ ਵੀ ਆ ਜੂਗੀ, ਤਾਂ ਉਹ ਵੀ ਇੱਕ ਦਾਨ ਆ, ਠੀਕ ਹੈ। ਤਾਂ ਇਹ ਧਰਮ ਦਾਨ ਆ। ਤੇ ਅਸ਼ੋਕ ਨੇ ਕਿਹਾ ਸੀ ਕਿ ਇਹ ਦਾਨ ਸੋਨੇ ਚਾਂਦੀ ਤੋਂ ਕਿਤੇ ਵਧੀਆ ਦਾਨ ਹੈ, ਕਿਤੇ ਉੱਤਮ ਹੈ। ਅੱਗੇ ਹੈਗਾ ਪਾਪ ਰਹਿਤ ਜੀਵਨ ਬਤੀਤ ਕਰਨਾ। ਹਾਂਜੀ, ਅਸ਼ੋਕ ਨੇ ਕਿਹਾ ਸੀ ਕਿ ਮਨੁੱਖਾਂ ਨੂੰ ਪਾਪ ਦੇ ਮਾਰਗ ਤੋਂ ਦੂਰ ਰਹਿਣਾ ਚਾਹੀਦਾ। ਈਰਖਾ, ਅਤਿਆਚਾਰ, ਕ੍ਰੋਧ, ਹੰਕਾਰ, ਝੂਠ, ਇਹ ਮਨੁੱਖ ਨੂੰ ਜਿਹੜੇ ਕਿ ਪਾਪੀ ਬਣਾਉਂਦੇ ਨੇ, ਜਿਸ ਕਰਕੇ ਪਾਪ ਰਹਿਤ ਜੀਵਨ ਬਤੀਤ ਕਰਨ ਲਈ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ। ਅਤਿਆਚਾਰ ਨਹੀਂ ਕਰਨਾ ਚਾਹੀਦਾ, ਕ੍ਰੋਧ ਨਹੀਂ ਕਰਨਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ, ਝੂਠ ਨਹੀਂ ਬੋਲਣਾ ਚਾਹੀਦਾ ਤੇ ਈਰਖਾ ਨਹੀਂ। ਧਾਰਮਿਕ ਸਹਿਣਸ਼ੀਲਤਾ। ਹਾਂਜੀ, ਧਾਰਮਿਕ ਸਹਿਣਸ਼ੀਲਤਾ ਵੀ ਅਸ਼ੋਕ ਦੇ ਧਰਮ ਦਾ ਮੂਲ ਮੰਤਰ ਸੀ। ਉਹਦੇ ਅਨੁਸਾਰ ਕਿ ਮਨੁੱਖ ਨੂੰ ਸਾਰੇ ਧਰਮਾਂ ਦੇ ਪ੍ਰਤੀ ਆਦਰ ਕਰਨਾ ਚਾਹੀਦਾ, ਕਿਸੇ ਵੀ ਧਰਮ ਨੂੰ ਕੋਈ ਉੱਚਾ ਨੀਵਾਂ ਨਹੀਂ ਕਰਨਾ ਚਾਹੀਦਾ, ਕਹਿਣਾ ਚਾਹੀਦਾ, ਕਿਉਂਕਿ ਹਰੇਕ ਧਰਮ ਦੇ ਵਿੱਚ ਕੋਈ ਨਾ ਕੋਈ ਚੰਗਿਆਈ ਜ਼ਰੂਰ ਹੁੰਦੀ ਹੈ, ਜਿਸ ਕਰਕੇ ਮਨੁੱਖ ਨੂੰ ਚਾਹੀਦਾ ਕਿ ਉਹ ਸਾਰੇ ਧਰਮਾਂ ਨੂੰ ਜਿਹੜੇ ਕਿ ਸਾਰੇ ਧਰਮਾਂ ਦੇ ਪ੍ਰਤੀ ਸਹਿਣਸ਼ੀਲਤਾ ਨੀਤੀ ਅਪਣਾਵੇ। ਅੱਗੇ ਹੈਗਾ ਸੱਚੇ ਰੀਤੀ ਰਿਵਾਜ। ਹਾਂਜੀ, ਅਸ਼ੋਕ ਨੇ ਸਮਾਜ ਦੇ ਵਿੱਚ ਜਿਹੜੇ ਝੂਠੇ ਰੀਤੀ ਰਿਵਾਜ ਚੱਲੇ ਹੋਏ ਸੀ ਉਹਨਾਂ ਦਾ ਖੰਡਨ ਕੀਤਾ ਤੇ ਸੱਚੇ ਰੀਤੀ ਰਿਵਾਜ ਜਿਹੜੇ ਕਿ
ਸੱਚੇ ਰੀਤੀ ਰਿਵਾਜਾਂ ਦਾ ਪ੍ਰਚਾਰ ਕੀਤਾ। ਤਾਂ ਉਹਦੇ ਅਨੁਸਾਰ ਜਨਮ, ਵਿਆਹ, ਵਰਤ, ਤੀਰਥ ਯਾਤਰਾ ਸੰਬੰਧੀ ਜਿਹੜੇ ਰੀਤੀ ਰਿਵਾਜ ਝੂਠੇ ਨੇ, ਠੀਕ ਆ। ਮਨੁੱਖ ਨੂੰ ਇਹਨਾਂ ਝੂਠੇ ਰੀਤੀ ਰਿਵਾਜਾਂ ਦੇ ਜਾਲ ਦੇ ਵਿੱਚ ਨਹੀਂ ਫਸਣਾ ਚਾਹੀਦਾ ਤੇ ਉਹਨੂੰ ਚਾਹੀਦਾ ਕਿ ਉਹ ਸ਼ੁੱਧ ਤੇ ਸਦਾਚਾਰੀ ਜੀਵਨ ਬਤੀਤ ਕਰੇ। ਦਾਨ, ਦਇਆ, ਹਮਦਰਦੀ ਦੇ ਭਾਵਨਾਵਾਂ ਮਨੁੱਖ ਨੂੰ ਸਦਾਚਾਰੀ ਬਣਾਉਂਦੇ ਨੇ ਤੇ ਇਹੀ ਉਹਦੇ ਸੱਚੇ ਰੀਤੀ ਰਿਵਾਜ ਨੇ ਕਿ ਦਾਨ, ਦਇਆ, ਹਮਦਰਦੀ ਦੇ ਭਾਵਨਾਵਾਂ ਰੱਖਣੀਆਂ ਚਾਹੀਦੀਆਂ ਨੇ। ਅੱਗੇ ਹੈਗਾ ਕਰਮ ਸਿਧਾਂਤ। ਹਾਂਜੀ, ਕਰਮ ਸਿਧਾਂਤ ਹਿੰਦੂ ਧਰਮ ਦੇ ਵਿੱਚ ਇਹੀ ਬਲੀਵ ਹੁੰਦਾ ਕਿ ਸਾਰੇ ਧਰਮਾਂ ਦੇ ਵਿੱਚ ਇਹ ਵੈਸੇ ਤਾਂ ਬਲੀਵ ਇਹ ਵੀ ਜੋ ਆਪਾਂ ਕਰਮ ਕਰਦੇ ਹਾਂ ਉਵੇਂ ਦੇ ਜਿਹੜੇ ਕਿ ਆਪਾਂ ਨੂੰ ਫਲ ਮਿਲਦਾ, ਜਿਸ ਕਰਕੇ ਹਰੇਕ ਮਨੁੱਖ ਨੂੰ ਆਪਣੇ ਕਰਮਾਂ ਦੇ ਫਲ ਜਿਹੜੇ ਕਿ ਭੋਗਣੇ ਪੈਂਦੇ ਨੇ, ਜਿਸ ਲਈ ਉਹਨੂੰ ਚੰਗੇ ਤੋਂ ਚੰਗੇ ਕਰਮ ਕਰਨੇ ਚਾਹੀਦੇ ਨੇ ਤਾਂ ਕਿ ਉਹਨੂੰ ਅਗਲਾ ਜਨਮ ਵੀ ਜਿਹੜੇ ਕਿ ਚੰਗਾ ਮਿਲੇ। ਤੇ ਉਹ ਚਾਹੁੰਦਾ ਸੀ ਕਿ ਹਰੇਕ ਮਨੁੱਖ ਆਪਣੇ ਪਰਲੋਕ ਨੂੰ ਸੁਧਾਰੇ ਤਾਂ ਕਿ ਮੌਤ ਮਗਰੋਂ ਨੂੰ ਸਵਰਗ ਪ੍ਰਾਪਤ ਹੋਵੇ। ਤੇ ਇਹ ਸ਼ਿਲਾਲੇਖ 10 ਦੇ ਵਿੱਚ ਖੁਦ ਕਹਿੰਦਾ ਕਿ ਇਹ ਸਭ ਯਤਨ ਪਰਲੋਕ ਲਈ ਨੇ, ਠੀਕ ਹੈ। ਵੀ ਅਸ਼ੋਕ ਵੀ ਆਪਣੇ ਜਿਹੜੇ ਸਾਰੇ ਇਹ ਜਨਤਾ ਦੀ ਭਲਾਈ ਕਰ ਰਹੇ ਸੀ, ਉਹ ਕਾਹਦੇ ਲਈ ਸੀ ਕਿ ਅਗਲੇ ਜਨਮ ਦੇ ਲਈ, ਸਵਰਗ ਦੇ ਲਈ। ਅੱਗੇ ਹੈ ਆਤਮ ਵਿਸ਼ਲੇਸ਼ਣ। ਆਤਮ ਵਿਸ਼ਲੇਸ਼ਣ ਦਾ ਸੈਲਫ ਐਨਾਲਾਈਜ਼, ਭਾਵ ਕਿ ਆਪਣੇ ਆਪ ਦੀ ਆਤਮ ਪ੍ਰੀਖਿਆ ਕਰਨੀ, ਠੀਕ ਹੈ। ਤਾਂ ਇਹ ਅਸ਼ੋਕ ਨੇ ਦੇ ਸਤੰਭ 3 ਦੇ ਵਿੱਚ ਲਿਖਿਆ ਹੋਇਆ ਸੀ ਕਿ ਅਸ਼ੋਕ ਨੇ ਇਸ ਗੱਲ 'ਤੇ ਵੀ ਕਿਹਾ ਕਿ ਮਨੁੱਖ ਨੂੰ ਆਪਣੇ ਸਾਰੇ ਕੰਮਾਂ ਦਾ ਸਮੇਂ-ਸਮੇਂ 'ਤੇ ਨਿਰੀਖਣ ਕਰਨਾ ਚਾਹੀਦਾ। ਵੀ ਜਿਵੇਂ ਸਪੋਜ਼ ਅੱਜ ਜਿਹੜੇ ਤੁਸੀਂ ਦਿਨ ਦੇ ਵਿੱਚ ਜੋ ਕੀਤਾ, ਜੋ ਘਟਨਾ ਵਾਪਰੀਆਂ, ਕੀ ਉਹ ਸਹੀ ਸੀ ਜਾਂ ਗਲਤ ਸੀਆਂ, ਠੀਕ ਹੈ। ਮਤਲਬ ਕਿ ਹਰ ਇੱਕ ਦਿਨ ਬੰਦੇ ਨੂੰ ਆਪਣਾ ਰਿਅਲਾਈਜ਼ ਕਰਨਾ ਚਾਹੀਦਾ, ਆਪਣੇ ਜਿਹੜਾ ਉਹਨੇ ਕੰਮ ਕੀਤਾ, ਜੋ ਵੀ ਕੰਮ ਕੀਤਾ ਦਿਨ ਦੇ ਵਿੱਚ, ਉਹਦੇ ਖੁਦ ਦੇ ਲਈ ਸੋਚਣਾ ਚਾਹੀਦਾ ਕਿ ਉਹ ਕੰਮ ਸਹੀ ਸੀ। ਅਗਰ ਉਹ ਸਹੀ ਸੀ ਤਾਂ ਤੁਹਾਡੇ ਮਨ ਨੂੰ ਵੀ ਸੈਟਿਸਫਿਕੇਸ਼ਨ ਹੋਊਗੀ ਵੀ ਕੱਲ੍ਹ ਵੀ ਤੁਸੀਂ ਐਵੇਂ ਕੰਮ ਕਰੋ। ਅਗਰ ਤੁਸੀਂ ਅੱਜ ਕੁਛ ਗਲਤ ਕੀਤਾ ਤਾਂ ਤੁਹਾਡਾ ਮਨ ਅੱਗੇ ਤੋਂ ਜ਼ਰੂਰ ਤੁਹਾਨੂੰ ਮਨਾ ਕਰੂਗਾ ਵੀ ਨਹੀਂ, ਇਹ ਚੀਜ਼ ਗਲਤ ਸੀ, ਅੱਗੇ ਤੋਂ ਨਹੀਂ ਕਰਨਾ। ਮਤਲਬ ਕਿ ਸੈਲਫ ਐਨਾਲਾਈਜ਼ ਕਰਨ ਦਾ ਇਹ ਫਾਇਦਾ ਹੁੰਦਾ, ਠੀਕ ਹੈ, ਆਤਮ ਪ੍ਰੀਖਿਆ। ਤਾਂ ਇਹਦੇ ਨਾਲ ਮਨੁੱਖ ਜਿਹੜੇ ਕਿ ਪਾਪਾਂ ਤੋਂ ਦੂਰ ਹੋ ਜਾਂਦਾ ਤੇ ਜਿਹੜੇ ਚੰਗਿਆਈ ਦੇ ਗੁਣ ਹੁੰਦੇ ਨੇ ਉਹ ਹੋਰ ਧਾਰਨ ਕਰ ਲੈਂਦਾ। ਹਾਂਜੀ, ਅਸ਼ੋਕ ਦੇ ਧਰਮ ਦੇ ਸਿਧਾਂਤਾਂ ਵਾਲੇ ਕੁਐਸਚਨ ਦੇ ਲਈ ਪਹਿਲਾਂ ਆਪਾਂ ਨੇ ਧਰਮ ਦੇ ਸਥਾਪਨਾ ਦੇ ਕਾਰਨ ਕੀਤੇ, ਫਿਰ ਅਸ਼ੋਕ ਦੇ ਧਰਮ ਦੇ ਸਿਧਾਂਤ ਆਪਾਂ ਨੇ ਕੀਤੇ ਤੇ ਹੁਣ ਆਪਾਂ ਕਰਦੇ ਹਾਂ ਵੀ ਅਸ਼ੋਕ ਨੇ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਕੀ ਕੁਛ ਕੀਤਾ ਸੀ। ਤਾਂ ਅਸ਼ੋਕ ਨੇ ਜਿਹੜੇ ਕਿ ਧਰਮ ਦਾ ਪ੍ਰਚਾਰ ਕਰਨ ਦੇ ਲਈ ਉਹਨੇ ਆਪ ਆਪਣੇ ਜਿਹੜੇ ਕਿ ਧੰਮ ਦੇ ਸਿਧਾਂਤਾਂ ਨੂੰ ਆਪਣੇ ਨਿੱਜੀ ਜੀਵਨ ਦੇ ਵਿੱਚ ਉਦਾਹਰਣ ਬਣਾਇਆ। ਮਤਲਬ ਕਿ ਕੋਈ ਵੀ ਆਪਾਂ ਜਿਵੇਂ ਕਿਸੇ ਨੂੰ ਦੂਜਿਆਂ 'ਤੇ ਲਾਗੂ ਕਰਨ ਤੋਂ ਪਹਿਲਾਂ ਆਪਣੇ 'ਤੇ ਲਾਗੂ ਕਰਨਾ ਚਾਹੀਦਾ, ਤਾਂ ਅਸ਼ੋਕ ਨੇ ਸੇਮ ਉਸੇ ਤਰ੍ਹਾਂ ਕੀਤਾ। ਉਹਨੇ ਆਪ ਇਹ ਸਾਰੇ ਸਿਧਾਂਤ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕੀਤੇ। ਉਹਨੇ ਆਪ ਸ਼ਿਕਾਰ ਖੇਡਣਾ, ਮਾਸ ਖਾਣਾ ਤੇ ਧਾਰਮਿਕ ਸਹਿਣਸ਼ੀਲਤਾ ਨੀਤੀ ਨੂੰ ਅਪਣਾ ਕੇ ਲੋਕਾਂ ਦੇ ਸਾਹਮਣੇ ਇੱਕ ਉਦਾਹਰਣ ਪੇਸ਼ ਕੀਤੀ। ਤਾਂ ਫਿਰ ਅਸ਼ੋਕ ਨੇ ਦੂਜਾ ਧੰਮ ਦੇ ਮੁੱਖ ਸਿਧਾਂਤਾਂ ਨੂੰ ਜਿਹੜੇ ਕਿ ਸ਼ਿਲਾਲੇਖ ਸੀ, ਸਤੰਭ ਸੀ, ਉਹਨਾਂ 'ਤੇ ਖਦਵਾਇਆ ਤਾਂ ਕਿ ਜਨਤਾ ਉਹਨਾਂ ਨੂੰ ਪੜ੍ਹ ਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਸਕੇ। ਤੇ ਅਨਪੜ੍ਹ ਜਨਤਾ ਲਈ ਸਹੂਲਤ ਲਈ ਸਾਲ ਦੇ ਵਿੱਚ ਕਈ ਵਾਰ ਇਹਨਾਂ ਨਿਯਮਾਂ ਨੂੰ ਉੱਚੀ ਉੱਚੀ ਪੜ੍ਹ ਕੇ ਸੁਣਾਇਆ ਜਾਂਦਾ ਸੀ। ਤੇ ਅਸ਼ੋਕ ਨੇ ਸਮੇਂ-ਸਮੇਂ 'ਤੇ ਅਨੇਕਾਂ ਧਾਰਮਿਕ ਯਾਤਰਾਵਾਂ ਕੀਤੀਆਂ ਤੇ ਜਿਹਦੇ ਨਾਲ ਧਰਮ ਜਿਹੜੀ ਕਿ ਛੇਤੀ ਫੈਲਣ ਲੱਗਿਆ। ਤੇ ਫੋਰਥ, ਅਸ਼ੋਕ ਨੇ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ 'ਤੇ ਧਰਮ ਮਹਾਮਾਤਰ ਨਾਮਕ ਜਿਹੜੇ ਕਿ ਕਰਮਚਾਰੀ ਨਿਯੁਕਤ ਕੀਤੇ ਤੇ ਇਹ ਕਰਮਚਾਰੀ ਦਾ ਕੰਮ ਸੀ ਜਨਤਾ ਨੂੰ ਧਰਮ ਦੇ ਸਿਧਾਂਤਾਂ ਤੋਂ ਜਾਣੂ ਕਰਵਾਉਣਾ, ਠੀਕ ਹੈ। ਸੋ ਇਹ ਸੀ ਅਸ਼ੋਕ ਨੇ ਆਪਣੇ ਧਰਮ ਦੇ ਸਿਧਾਂਤਾਂ ਦੇ ਪ੍ਰਚਾਰ ਲਈ ਕੀ ਕੁਝ ਕੀਤਾ। ਫਿਰ ਅਸ਼ੋਕ ਦੇ ਧੰਮ ਦਾ ਉਹਦੇ ਅਸ਼ੋਕ ਦੇ ਰਾਜ 'ਤੇ ਕੀ ਪ੍ਰਭਾਵ ਪਿਆ ਜਾਂ ਅਸ਼ੋਕ ਦੇ ਧਰਮ ਦਾ ਮਹੱਤਵ, ਠੀਕ ਹੈ, ਮਹੱਤਵ ਜਾਂ ਅਸ਼ੋਕ ਦੇ ਧਰਮ ਦਾ ਕੀ ਪ੍ਰਭਾਵ ਪਿਆ। ਪ੍ਰਭਾਵ, ਮਹੱਤਵ, ਨਤੀਜੇ ਇੱਕੋ ਗੱਲ ਹੈ, ਠੀਕ ਹੈ। ਹਾਂਜੀ, ਅਸ਼ੋਕ ਦੇ ਧਰਮ ਦਾ ਸਾਮਰਾਜ 'ਤੇ ਇਹ ਅਸਰ ਪਿਆ ਕਿ ਧਰਮ ਵਿਜੇ। ਅਸ਼ੋਕ ਨੇ ਹੁਣ ਦਿਗਵਿਜੇ ਹੁੰਦਾ ਜਿੱਤਾਂ ਹਾਸਲ ਕਰਨੀਆਂ, ਠੀਕ ਹੈ, ਜਿੱਤਾਂ ਹਾਸਲ ਕਰਨੀ ਉਹਨੂੰ ਲੜਾਈ ਕਰਨੀ ਪੈਂਦੀ ਸੀ। ਤਾਂ ਅਸ਼ੋਕ ਨੇ ਹਮੇਸ਼ਾ ਲਈ ਦਿਗਵਿਜੇ ਨੂੰ ਛੱਡ ਕੇ ਧਰਮ ਵਿਜੇ ਨੂੰ ਅਪਣਾ ਲਿਆ, ਠੀਕ ਹੈ। ਤਾਂ ਉਹਨੇ ਆਪਣਾ ਤੇ ਆਪਣੀ ਪ੍ਰਜਾ ਦਾ ਪ੍ਰਲੋਕ ਸੁਧਾਰਨ ਦੇ ਲਈ ਆਪਣੇ ਹੀ ਜਿਹੜੇ ਕਿ ਕਾਰਜ ਕਰਨ ਦੇ ਵਿੱਚ ਲੱਗ ਗਿਆ। ਪ੍ਰਜਾ ਦੇ ਹਿੱਤਾਂ ਦੇ ਕੰਮ। ਅਸ਼ੋਕ ਦੀ ਸਾਮਰਾਜ ਦੀ ਨੀਤੀ ਦੇ ਧੰਮ ਦਾ ਇਹ ਪ੍ਰਭਾਵ ਪੈ ਗਿਆ ਕਿ ਅਸ਼ੋਕ ਨੇ ਸਾਰੇ ਅਧਿਕਾਰੀਆਂ ਪ੍ਰਜਾ ਦੇ ਨਾਲ ਨਿਮਰਤਾ, ਦਿਆਲਤਾ ਦੇ ਵਿਵਹਾਰ ਕਰਨ ਦੇ ਲਈ ਕਿਹਾ ਤੇ ਉਹ ਸਾਰੇ ਜਿਹੜੇ ਕਿ ਅਸ਼ੋਕ ਦੇ ਕਹਿਣ ਤੇ ਨਿਮਰਤਾ ਤੇ ਦਿਆਲਤਾ ਦੇ ਨਾਲ ਜਿਹੜੇ ਕਿ ਆਪਣਾ ਵਿਵਹਾਰ ਕਰਨ ਲੱਗੇ ਤੇ ਪ੍ਰਜਾ ਦੀ ਭਲਾਈ ਲਈ ਅਣਗਿਣਤ ਕੰਮ ਕੀਤੇ ਗਏ, ਠੀਕ ਹੈ, ਜਿਹਦੇ ਨਾਲ ਪ੍ਰਜਾ ਜਿਹੜੀ ਕਿ ਖੁਸ਼ੀ ਤੇ ਖੁਸ਼ਹਾਲ ਹੋ ਗਈ। ਸਦਾਚਾਰੀ ਜੀਵਨ। ਹਾਂਜੀ, ਅਸ਼ੋਕ ਦੇ ਧਰਮ ਦਾ ਇਹ ਜਿਹੜੇ ਕਿ ਪ੍ਰਭਾਵ ਪਿਆ ਕਿ ਇਹ ਧਰਮ ਜਿਹੜੇ ਕਿ ਨੈਤਿਕ ਸਿਧਾਂਤਾਂ ਦਾ ਸੰਗ੍ਰਹਿ ਸੀ। ਜਿਵੇਂ ਹੁਣ ਆਪਾਂ ਨੇ ਪੜ੍ਹੇ ਕਿ ਜਿਹੜੇ ਸਾਰੇ ਨੇਮ, ਵੱਡਿਆਂ ਦਾ ਆਦਰ ਕਰਨਾ, ਠੀਕ ਹੈ, ਛੋਟਿਆਂ ਨਾਲ ਪਿਆਰ ਪ੍ਰੇਮ, ਸੱਚ ਬੋਲਣਾ, ਝੂਠ ਨਾ ਬੋਲਣਾ, ਠੀਕ ਹੈ, ਚੰਗੇ ਕਰਮ ਕਰਨੇ, ਇਹ ਸਾਰੇ ਨੈਤਿਕ ਸਿਧਾਂਤ ਨੇ, ਠੀਕ ਹੈ। ਇਹਨਾਂ ਸਿਧਾਂਤਾਂ ਨੂੰ ਅਪਣਾ ਕੇ ਜਿਹੜੇ ਕਿ ਪ੍ਰਜਾ ਦੀ ਨੈਤਿਕਤਾ ਉન્નਤੀ ਹੈ ਜਿਹੜੀ ਕਿ ਹੋ ਗਈ, ਭਾਵ ਕਿ ਸਾਰੇ ਲੋਕਾਂ ਦੇ ਵਿੱਚ ਜਿਹੜੇ ਕਿ ਨੈਤਿਕ ਨਿਯਮ ਪ੍ਰਚਲਿਤ ਹੋ ਗਏ ਤੇ ਜਿਹਦੇ ਨਾਲ ਜਦੋਂ ਨੈਤਿਕ ਨਿਯਮ ਹੁੰਦੇ ਨੇ ਜ਼ਿਆਦਾਤਰ ਤਾਂ ਉਹਨਾਂ ਨਾਲ ਜੀਵਨ ਜਿਹੜੇ ਕਿ ਸਦਾਚਾਰ ਬਣ ਜਾਂਦਾ। ਤਾਂ ਅਸ਼ੋਕ ਦੇ ਧਰਮ ਦੇ ਵਿੱਚ ਆਤਮਾ ਤੇ ਪਰਮਾਤਮਾ ਦੇ ਸੰਬੰਧ ਦੇ ਵਿੱਚ ਕੁਝ ਨਹੀਂ ਕਿਹਾ ਗਿਆ। ਤਾਂ ਇਹਦੇ ਵਿੱਚ ਕੀ ਆ ਕਿ ਕੇਵਲ ਨੈਤਿਕਤਾ ਹੀ ਜ਼ੋਰ ਦਿੱਤਾ ਗਿਆ ਜੋ ਸਾਰੇ ਧਰਮਾਂ ਦਾ ਸਾਰ ਆ। ਅੱਗੇ
ਹਾਂਜੀ, ਅਗਲਾ ਸੀ ਅਪਰਾਧਾ ਦਾ ਅੰਤ। ਹੁਣ ਅਪਰਾਧਾ ਦਾ ਅੰਤ ਕਿਵੇਂ ਹੋ ਗਿਆ? ਅਪਰਾਧਾ ਦਾ ਅੰਤ ਤਾਂ ਹੋ ਗਿਆ ਕਿਉਂਕਿ ਅਸ਼ੋਕ ਨੇ ਸਾਰਿਆਂ ਨੂੰ ਜਿਹੜੇ ਕਿ ਅਹਿੰਸਾ ਦੀ ਪਾਲਣਾ ਕਰਨ ਲਈ ਕਿਹਾ, ਸੱਚ ਬੋਲਣ ਲਈ ਕਿਹਾ, ਠੀਕ ਹੈ, ਤੇ ਪਾਪ ਰਹਿਤ ਜੀਵਨ ਬਤੀਤ ਕਰਨ ਲਈ ਕਿਹਾ। ਜਦੋਂ ਇਹ ਸਾਰੇ ਸਿਧਾਂਤ ਸੀ ਤਾਂ ਇਹਨਾਂ ਸਿਧਾਂਤਾਂ ਦੇ ਨਾਲ ਅਪਰਾਧ ਹੋਣੀ ਨਹੀਂ ਸੀ, ਠੀਕ ਹੈ, ਜਿਸ ਕਰਕੇ ਅਪਰਾਧਾਂ ਦੇ ਵਿੱਚ ਕਮੀ ਹੋ ਗਈ ਤੇ ਸਮਰਾਟ ਦੀ ਪ੍ਰਤਿਸ਼ਠਾ ਤੇ ਮਾਣ ਇੱਜ਼ਤ ਦੇ ਵਿੱਚ ਵਾਧਾ ਹੋ ਗਿਆ। ਅਸ਼ੋਕ ਨੇ ਧਰਮ ਦੇ ਸਿਧਾਂਤਾਂ ਦੇ ਚੱਲਦੇ ਹੋਏ ਲੋਕ ਭਲਾਈ ਦੇ ਲਈ ਵੱਧ ਤੋਂ ਵੱਧ ਯਤਨ ਕੀਤੇ, ਠੀਕ ਹੈ, ਜਿਹਦੇ ਨਾਲ ਸਾਰੇ ਲੋਕਾਂ ਦੇ ਵਿੱਚ ਅਸ਼ੋਕ ਦਾ ਆਦਰ ਵੱਧ ਗਿਆ ਤੇ ਅਸ਼ੋਕ ਨੂੰ ਮਹਾਨਤਾ ਦੀ ਪ੍ਰਾਪਤੀ ਹੋਈ। ਅਸ਼ੋਕ ਨੇ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਪ੍ਰਚਾਰਕ ਭੇਜੇ, ਜਿਹਦੇ ਨਾਲ ਵਿਦੇਸ਼ਾਂ ਵਿੱਚ ਵੀ ਭਾਰਤੀ ਸੱਭਿਅਤਾ ਤੇ ਸੱਭਿਆਚਾਰ ਦਾ ਪ੍ਰਸਾਰ ਹੋ ਗਿਆ। ਇਹਦੇ ਨਾਲ ਅਸ਼ੋਕ ਭਾਰਤ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਇੱਕ ਮਹਾਨ ਜਿਹੜੇ ਕਿ ਸਮਰਾਟ ਬਣ ਗਿਆ। ਅੱਗੇ ਹੈ ਸਮਾਜਿਕ ਤੇ ਧਾਰਮਿਕ ਏਕਤਾ। ਹਾਂਜੀ, ਅਸ਼ੋਕ ਦੇ ਧਰਮ ਦੇ ਨਾਲ ਧਰਮਾਂ ਦੇ ਮੁੱਖ ਸਿਧਾਂਤਾਂ ਦਾ, ਇਹ ਸਾਰੇ ਧਰਮਾਂ ਦੇ ਸਿਧਾਂਤਾਂ ਦਾ ਸੰਗ੍ਰਹਿ ਸੀ, ਜਿਹਦੇ ਨਾਲ ਇਸ ਧਰਮ ਨੂੰ ਅਪਣਾ ਕੇ ਸਾਰੇ ਲੋਕਾਂ ਦੇ ਵਿੱਚ ਧਾਰਮਿਕ ਜਿਹੜੇ ਭੇਦਭਾਵ ਉਹ ਭੁੱਲ ਗਏ, ਕਿਉਂਕਿ ਹਰ ਧਰਮ ਦੇ ਵਿੱਚ ਨੈਤਿਕ ਨਿਯਮ ਹੁੰਦੇ ਨੇ। ਜਦੋਂ ਸਾਰੇ ਨੈਤਿਕ ਨਿਯਮ ਅਪਣਾ ਲੈਣਗੇ ਤਾਂ ਜਿਹੜੇ ਕਿ ਧਰਮ ਦੇ ਅਕੋਰਡਿੰਗ ਭੇਦਭਾਵ ਉਹ ਖਤਮ ਹੋ ਜਾਊਗਾ, ਜਿਸ ਨਾਲ ਧਾਰਮਿਕ ਏਕਤਾ ਆ ਗਈ, ਠੀਕ ਹੈ, ਤੇ ਸਮਾਜਿਕ ਏਕਤਾ ਵੀ ਆ ਗਈ ਤੇ ਗੁਆਂਢੀ ਰਾਜਾਂ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਹੋ ਗਏ, ਠੀਕ ਹੈ। ਇਹ ਭਾਵ ਕਿ ਇਹ ਸਾਰੇ ਅਸ਼ੋਕ ਦੇ ਧਰਮ ਦੇ ਸਿਧਾਂਤਾਂ ਦੇ ਪ੍ਰਭਾਵ ਸੀ। ਦੁਬਾਰਾ ਰਿਪੀਟ ਕਰਦੇ ਹਾਂ, ਹੁਣ ਆਪਾਂ ਫੇਰ ਕਰਾਂਗੇ ਮੌਰੀਆ ਸਾਮਰਾਜ ਦੇ ਪਤਨ ਦੇ ਕਾਰਨ, ਠੀਕ ਹੈ। ਪਹਿਲਾਂ ਕੀ ਸੀ, ਆਪਾਂ ਨੇ ਆਪਣਾ ਕੁਐਸਚਨ ਕੀ ਸੀ ਕਿ ਅਸ਼ੋਕ ਦੇ ਧਰਮ ਦੇ ਸਿਧਾਂਤਾਂ ਦਾ ਵਰਣਨ ਕੀ ਨੇ। ਇਹਦੇ ਲਈ ਪਹਿਲਾਂ ਆਪਾਂ ਅਸ਼ੋਕ ਦਾ ਇੰਟਰੋਡਕਸ਼ਨ ਪੜ੍ਹੀ, ਕਿਉਂਕਿ ਇਹ ਸ਼ਾਰਟ ਕੁਐਸਚਨਾਂ 'ਚ ਵੀ ਆ ਸਕਦੀ ਹੈ। ਫਿਰ ਆਪਾਂ ਨੇ ਅਸ਼ੋਕ ਦੇ ਧਰਮ ਦੀ ਸਥਾਪਨਾ ਦੇ ਕਾਰਨ ਕੀ ਸੀ, ਅਸ਼ੋਕ ਨੇ ਕਿਉਂ ਧਰਮ ਸਥਾਪਿਤ ਕੀਤਾ, ਤਿੰਨ ਕਾਰਨ ਸੀ, ਠੀਕ ਹੈ, ਵੰਸ਼, ਸਮਾਜਿਕ ਏਕਤਾ, ਰਾਜਨੀਤਿਕ ਏਕਤਾ ਲਈ। ਫਿਰ ਅਸ਼ੋਕ ਦੇ ਧਰਮ ਦੇ ਸਿਧਾਂਤ ਸੀ ਇਹ ਸਾਰੇ, ਠੀਕ ਹੈ। ਇਹਨਾਂ ਸਿਧਾਂਤਾਂ ਤੋਂ ਬਾਅਦ ਆਪਾਂ ਨੇ ਅਸ਼ੋਕ ਨੇ ਧਰਮ ਦੇ ਪ੍ਰਸਾਰ ਦੇ ਲਈ ਕੀ ਕੰਮ ਕੀਤੇ। ਇੰਪੋਰਟੈਂਟ ਟੌਪਿਕ ਆ ਸਟੂਡੈਂਟਸ, ਮੌਰੀਆ ਸਾਮਰਾਜ ਵਾਲਾ ਟੌਪਿਕ ਬਹੁਤ ਇੰਪੋਰਟੈਂਟ ਆ। ਅਸ਼ੋਕ ਦਾ ਜਿਹੜੇ ਕਿ ਧਰਮ ਦਾ ਸਿਧਾਂਤ, ਮੌਰੀਆ ਸਾਮਰਾਜ ਦੇ ਪਤਨ ਦੇ ਕਾਰਨ ਤੇ ਚੰਦਰਗੁਪਤ ਮੌਰੀਆ ਵਾਲਾ, ਇਹ ਤਿੰਨੋਂ ਟੌਪਿਕ ਇੰਪੋਰਟੈਂਟ ਨੇ। ਫਿਰ ਅਸ਼ੋਕ ਦੇ ਧਰਮ ਦੇ ਸਾਮਰਾਜ ਉੱਤੇ ਕੀ ਪ੍ਰਭਾਵ ਪਿਆ, ਅਸ਼ੋਕ ਦੇ ਧਰਮ ਦਾ ਮਹੱਤਵ ਕੀ ਸੀ ਜਾਂ ਸਾਮਰਾਜ ਉੱਤੇ ਪ੍ਰਭਾਵ, ਠੀਕ ਆ। ਇਹ ਹੈਗੇ ਨੇ ਪੁਆਇੰਟ। ਧਰਮ ਵਿਜੇ, ਪ੍ਰਜਾ ਹਿੱਤ ਕੰਮ, ਸਦਾਚਾਰੀ ਜੀਵਨ, ਅਪਰਾਧਾਂ ਦਾ ਅੰਤ, ਸਮਰਾਟ ਦੀ ਪ੍ਰਤਿਸ਼ਠਾ ਵਿੱਚ ਵਾਧਾ, ਅਸ਼ੋਕ ਦੀ ਮਹਾਨਤਾ, ਸਮਾਜਿਕ ਤੇ ਧਾਰਮਿਕ ਏਕਤਾ ਤੇ ਗੁਆਂਢੀ ਰਾਜਾਂ ਨਾਲ ਵੀ ਮਿੱਤਰਤਾਪੂਰਨ ਸੰਬੰਧ ਹੋ ਗਏ। ਤੇ ਹੁਣ ਆਪਣਾ ਅਗਲਾ ਕਾਰਨ ਹੈਗਾ ਮੌਰੀਆ ਸਾਮਰਾਜ ਦੇ ਪਤਨ ਦੇ ਕਾਰਨ। ਮੌਰੀਆ ਸਾਮਰਾਜ ਦੇ ਪਤਨ ਜਾਂ ਖਤਮ ਹੋਣ ਦੇ ਕੀ ਕਾਰਨ ਸੀ, ਜਾਂ ਮੌਰੀਆ ਸਾਮਰਾਜ ਦੇ ਗਿਰਾਵਟ ਦੇ ਵਿੱਚ ਜਾਣ ਦੇ ਕੀ ਕਾਰਨ ਸੀ, ਠੀਕ ਹੈ। ਤਾਂ ਇਹ ਕੁਐਸਚਨ ਤੁਹਾਨੂੰ ਐਵੇਂ ਦੇਖੋ ਕਿਵੇਂ ਪੁੱਛੇ ਹੋਏ ਨੇ, ਜ਼ਿੰਮੇਵਾਰ ਵੱਖ-ਵੱਖ ਕਾਰਨ ਜਾਂ ਕਿਹੜੇ ਅਸ਼ੋਕ ਖੁਦ ਵੀ ਜ਼ਿੰਮੇਵਾਰ ਸੀ, ਕਿਹੜੇ ਕਾਰਨ ਸੀ, ਠੀਕ ਹੈ, ਭਾਵ ਕਿ ਡਾਊਨਫਾਲ, ਠੀਕ ਹੈ। ਹਾਂਜੀ, ਤਾਂ ਮੌਰੀਆ ਸਾਮਰਾਜ ਦੇ ਪਤਨ ਦੇ ਕਾਰਨਾਂ ਦੇ ਵਿੱਚ ਉન્નਤੀ ਦੇ ਨਾਲ ਜਿਹੜੇ ਕਿ ਪਤਨ ਵੀ ਭਾਵ ਕਿ ਸੰਭਵ ਹੁੰਦਾ ਵੀ, ਹਰ ਇੱਕ ਚੀਜ਼ ਦਾ ਜਿਹੜੇ ਕਿ ਪਤਨ ਹੋਣਾ ਹੀ ਹੁੰਦਾ। ਤਾਂ ਸਿਖਰ ਛੋਹਣ ਵਾਲੇ ਜਿਹੜੇ ਕਿ ਵਾਲੇ ਨੂੰ ਪਤਨ ਵੱਲ ਜਾਣਾ ਹੀ ਪੈਂਦਾ। ਤਾਂ ਸਿੰਧ ਘਾਟੀ ਸੱਭਿਅਤਾ ਵੀ ਜਿਹੜੀ ਕਿ ਆਪਣੇ ਸਿਖਰ ਤੇ ਪਹੁੰਚ ਕੇ ਅਲੋਪ ਹੋਈ ਆ, ਖਤਮ ਹੋਈ ਆ, ਤੇ ਐਵੇਂ ਨਪੋਲੀਅਨ ਸਾਰੇ ਯੂਰਪ ਤੇ ਛਾ ਕੇ ਅੰਤ ਦੇ ਵਿੱਚ ਜਿਹੜੇ ਕਿ ਕੈਦੀ ਹੋਇਆ ਸੀ। ਤਾਂ ਮੌਰੀਆ ਰਾਜ ਨੇ ਵੀ ਉન્નਤੀ ਦੇ ਸਿਖਰਾਂ ਤੋਂ ਪਹੁੰਚਣ ਬਾਅਦ ਜਿਹੜੇ ਕਿ ਇਹਦਾ ਪਤਨ ਵੀ ਜ਼ਰੂਰੀ ਸੀ। ਤਾਂ ਮੌਰੀਆ ਸਾਮਰਾਜ ਜਿਹੜੇ ਕਿ ਅਸ਼ੋਕ ਦੀ ਮੌਤ ਤੋਂ 50 ਸਾਲਾਂ ਦੇ ਅੰਦਰ ਹੀ ਜਿਹੜੇ ਕਿ ਖਿੰਡ ਪੁੰਡ ਗਿਆ। ਤਾਂ ਇਹਦੇ ਕਾਰਨ ਕੀ ਸੀ, ਹੁਣ ਆਪਾਂ ਦੇਖਦੇ ਹਾਂ। ਤਾਂ ਕਾਰਨ ਸੀ ਅਸ਼ੋਕ ਦੀ ਜ਼ਿੰਮੇਵਾਰੀ। ਹਾਂਜੀ, ਮੌਰੀਆ ਸਾਮਰਾਜ ਦੇ ਪਤਨ ਦਾ ਮੁੱਖ ਕਾਰਨ ਸੀ ਅਸ਼ੋਕ ਦੀ ਸ਼ਾਂਤਮਈ ਨੀਤੀ, ਕਿਉਂਕਿ ਅਸ਼ੋਕ ਨੇ ਹਮੇਸ਼ਾ ਲਈ ਯੁੱਧ ਨੂੰ ਤਿਆਗਤਾ ਸੀ। ਯੁੱਧਾਂ ਨੂੰ ਤਿਆਗ ਕੇ ਉਹਨੇ ਅਸ਼ੋਕ ਨੇ ਜਿਹੜੇ ਕਿ ਹਮੇਸ਼ਾ ਲਈ ਯੁੱਧ ਤਿਆਗ ਕੇ ਸ਼ਾਂਤੀ ਦੀ ਨੀਤੀ ਅਪਣਾ ਲਈ, ਜਿਸ ਕਰਕੇ ਜਿਹੜੇ ਕਿ ਉਹਨੇ ਕਲਿੰਗ ਤੋਂ ਬਾਅਦ ਹਮੇਸ਼ਾ ਲਈ ਯੁੱਧਾਂ ਤੋਂ ਮੂੰਹ ਮੋੜ ਲਿਆ ਸੀ। ਤਾਂ ਕਰਕੇ ਜਿਹੜੇ ਉਹਦੇ ਉੱਤਰਾਧਿਕਾਰੀ ਸੀ ਜਾਂ ਉੱਤਰਾਧਿਕਾਰੀ ਸੀ, ਉਹਨਾਂ ਨੇ ਵੀ ਸੈਨਿਕ ਪ੍ਰਬੰਧ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਤਾਂ ਜਦੋਂ ਖਾਸ ਧਿਆਨ ਨਹੀਂ ਦਿੱਤਾ, ਜਿਸ ਦੇ ਨਾਲ ਜਿਹੜੇ ਕਿ ਸੈਨਿਕ ਯੁੱਧ ਲੜਨਾ ਭੁੱਲ ਗਏ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਕਾਇਰਤਾ ਆ ਗਈ। ਤਾਂ ਜਿਹੜੇ ਕਿ ਜਦੋਂ ਵਿਦੇਸ਼ੀ ਜਿਹੜੇ ਕਿ ਹਮਲਾਵਰਾਂ ਨੇ ਹਮਲਾ ਕੀਤਾ ਤਾਂ ਉਹ ਜਿਹੜੇ ਕਿ ਇਸ ਹਮਲੇ ਨੂੰ ਦਬਾਏ ਨਾ ਸਕੇ, ਠੀਕ ਹੈ, ਕਿਉਂਕਿ ਅਸ਼ੋਕ ਨੇ ਹਮੇਸ਼ਾ ਲਈ ਯੁੱਧ ਤਿਆਗਤੇ। ਤਾਂ ਜਿਹੜੇ ਉਹਦੇ ਉੱਤਰਾਧਿਕਾਰੀ ਸੀ, ਉਹਨਾਂ ਨੇ ਵੀ ਯੁੱਧਾਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਹੈਗਾ, ਨਾ ਆਪਣੀ ਸੈਨਾ ਦੇ ਵੱਲ ਧਿਆਨ ਦਿੱਤਾ। ਤਾਂ ਸੈਨਾ ਬਿਲਕੁਲ ਨਿਰਬਲ ਹੋ ਗਈ, ਠੀਕ ਹੈ, ਨਿਰਬਲ ਹੋ ਗਈ, ਅਯੋਗ ਹੋ ਗਈ। ਤਾਂ ਜਦੋਂ ਕੋਈ ਬਾਹਰਲੇ ਕੋਈ ਤਾਕਤਵਰ ਸੀ ਸੈਨਾ, ਬਾਹਰਲੀ ਵਿਦੇਸ਼ੀ ਹਮਲੇ ਸੀ ਜਦੋਂ ਇਹਨਾਂ ਤੇ ਹੋ ਗਏ, ਤਾਂ ਉਹ ਇਹਨਾਂ ਨੂੰ ਦਬਾਉਣ ਦੇ ਵਿੱਚ ਨਾਕਾਮਯਾਬ ਰਹਿ ਗਏ। ਤੇ ਨਾਕਾਮਯਾਬ ਹੋਣ ਦੇ ਕਰਕੇ ਜਿਹੜੇ ਕਿ ਇਹ ਸਾਮਰਾਜ ਖਤਮ ਹੋ ਗਿਆ। ਤਾਂ ਇੱਕ ਇਹ ਹੋ ਗਿਆ ਅਸ਼ੋਕ ਦੀ ਜ਼ਿੰਮੇਵਾਰੀ। ਦੂਜਾ, ਕਮਜ਼ੋਰ ਉੱਤਰਾਧਿਕਾਰੀ। ਹਾਂਜੀ, ਜਿਹੜੇ ਅਸ਼ੋਕ ਤੋਂ ਬਾਅਦ ਦੇ ਉੱਤਰਾਧਿਕਾਰੀ ਹੋਏ ਸੀ, ਉਹ ਜਿਹੜੇ ਸਾਰੇ ਹੀ ਅਯੋਗ ਸਾਬਤ ਹੋਏ। ਜਿਵੇਂ ਕਿ ਅਸ਼ੋਕ ਤੋਂ ਬਾਅਦ ਕੁਨਾਲ, ਸਮੁੰਦਰੀ, ਦਸ਼ਰਥ, ਬ੍ਰਹਿਦਰਥ, ਇਹ ਸਾਰੇ ਅਯੋਗ ਸੀ, ਠੀਕ ਹੈ। ਇਹਨਾਂ ਦੀ ਅਯੋਗਤਾ ਕਾਰਨ ਵੀ ਜਿਹੜੇ ਕਿ ਸਾਮਰਾਜ ਖਤਮ ਹੋ ਗਿਆ, ਕਿਉਂਕਿ ਇਹ ਜਦੋਂ ਇਹਨਾਂ ਦੇ ਅੰਦਰੂਨੀ ਵਿਗਾੜਤਾਂ ਹੋਈਆਂ ਜਾਂ ਵਿਦੇਸ਼ੀ ਹਮਲੇ ਹੋਏ ਤਾਂ ਇਹਨਾਂ ਨੂੰ ਉਹਨਾਂ ਨਾਲ ਸਫਲਤਾ ਦੇ ਨਾਲ ਜੂਝਣਾ ਆਇਆ ਹੀ ਨਹੀਂ ਹੈਗੀ। ਭਾਵ ਕਿ ਇਹਨਾਂ ਨੂੰ ਆਇਆ ਹੀ ਨਹੀਂ ਹੈਗਾ ਵੀ ਉਹ ਕਿਵੇਂ ਜਿਹੜੇ ਕਿ ਇਹਨਾਂ ਵਿਦਰੋਹਾਂ ਨੂੰ ਦਬਾਉਣ, ਬਾਹਰੀ ਵਿਦਰੋਹਾਂ ਨੂੰ ਜਾਂ ਅੰਦਰੂਨੀ ਵਿਦਰੋਹਾਂ ਨੂੰ, ਇਹ ਅਸਫਲ ਹੋ ਗਏ, ਠੀਕ ਹੈ, ਜਿਸ ਕਰਕੇ ਹੌਲੀ ਹੌਲੀ ਇਹ ਸਾਮਰਾਜ ਖਤਮ ਹੋ ਗਿਆ।
ਅੱਗੇ ਹੈਗਾ ਉੱਤਰਾਧਿਕਾਰੀ ਕਾਨੂੰਨਾਂ ਦੀ ਅਣਹੋਂਦ। ਹਾਂਜੀ, ਮੌਰੀਆ ਸਾਮਰਾਜ ਦੇ ਉੱਤਰਾਧਿਕਾਰੀ ਸੰਬੰਧੀ ਵੀ ਕੋਈ ਵੀ ਉਚਿਤ ਕਾਨੂੰਨ ਨਹੀਂ ਸੀ। ਮਤਲਬ ਕਿ ਕੋਈ ਵੀ ਜਿਹੜਾ ਸਮਰਾਟ ਜਿਹੜੀ ਜਿਹਦੀ ਡੈਥ ਹੁੰਦੀ ਸੀ ਉਸ ਤੋਂ ਬਾਅਦ ਜਿਹੜੀ ਕਿ ਉਹਦੇ ਪਤਨੀ ਅਤੇ ਉਹਦੇ ਪੁੱਤਰਾਂ ਦੇ ਵਿਚਕਾਰ ਸਿੰਘਾਸਨ ਦੇ ਲਈ ਸਾਜ਼ਿਸ਼ਾਂ ਹੋਣ ਲੱਗ ਜਾਂਦੀਆਂ। ਜਿਵੇਂ ਆਪਾਂ ਨੇ ਅਸ਼ੋਕ ਵਾਰੀ ਦੇਖਿਆ ਵੀ ਜਦੋਂ ਉਹ ਸਿੰਘਾਸਨ ਤੇ ਬੈਠਿਆ ਸੀ ਤਾਂ ਉਹਨੇ ਆਪਣੇ 99 ਭਰਾਵਾਂ ਦਾ ਕਤਲ ਕੀਤਾ, ਤਾਂ ਜਿਹਦੇ ਨਾਲ ਜਿਹੜੀ ਕਿ ਉਹਨਾਂ ਦੇ ਉੱਤਰਾਧਿਕਾਰੀਆਂ ਦੇ ਵਿੱਚ ਆਪਸੀ ਲੜਾਈ ਝਗੜੇ ਹੋਣ ਲੱਗੇ। ਜਦੋਂ ਜਿਹੜਾ ਰਾਜ ਘਰਾਨਾ ਹੀ ਆਪਸੀ ਸਾਜ਼ਿਸ਼ਾਂ ਦਾ ਅੱਡਾ ਬਣ ਜੂਗਾ ਤਾਂ ਫਿਰ ਬਾਕੀ ਬਾਹਰਲੇ ਹਮਲੇ ਨੂੰ ਕਿੱਥੇ ਬਾਹਰੀ ਹਮਲਿਆਂ ਨੂੰ ਕਿੱਥੇ ਦਬਾ ਪਾਊਗਾ, ਜਿਸ ਕਰਕੇ ਇਹ ਸਾਮਰਾਜ ਜਿਹੜੀ ਕਿ ਖਤਮ ਹੋ ਗਿਆ। ਜਿਵੇਂ ਕੁਨਾਲ ਨੂੰ ਉਹਦੀ ਅਸਲੀ ਉੱਤਰਾਧਿਕਾਰੀ ਸੀ ਉਹਦੀ ਸਤੇਲੀ ਮਾਂ ਨੇ ਉਹਨੂੰ ਅੰਨਾ ਕਰਵਾਤਾ। ਠੀਕ ਆ, ਮਤਲਬ ਕਿ ਉਹ ਉੱਥੇ ਆਪਸ ਦੇ ਵਿੱਚ ਲੜਾਈ ਝਗੜਿਆਂ ਦੇ ਕਾਰਨ ਹੋਣ ਕਰਕੇ ਜਿਹੜੇ ਕਿ ਸਾਮਰਾਜ ਖਤਮ ਹੋਣਾ ਸ਼ੁਰੂ ਹੋ ਗਿਆ। ਅੱਗੇ ਹੈਗਾ ਤਾਨਾਸ਼ਾਹੀ ਸ਼ਾਸਨ। ਮੌਰੀਆ ਸ਼ਾਸਕਾਂ ਨੇ ਤਾਨਾਸ਼ਾਹੀ ਸ਼ਾਸਨ ਦੀ ਵਿਵਸਥਾ ਕੀਤੀ ਸੀ। ਸਾਰੀਆਂ ਸ਼ਕਤੀਆਂ ਰਾਜੇ ਦੇ ਹੱਥਾਂ ਦੇ ਵਿੱਚ ਹੁੰਦੀਆਂ ਸੀ ਤੇ ਉਹਦਾ ਹਰ ਸ਼ਬਦ ਜਿਹੜੇ ਕਿ ਰਾਜੇ ਦਾ ਕਾਨੂੰਨ ਹੁੰਦਾ ਸੀ। ਰਾਜੇ ਦੀ ਆਗਿਆ ਦਾ ਪਾਲਣ ਕਰਨਾ ਹਰ ਵਿਅਕਤੀ ਦਾ ਕਰਤੱਵ ਮੰਨਿਆ ਜਾਂਦਾ ਸੀ ਤੇ ਇਤਿਹਾਸ ਗਵਾਹ ਵੀ ਜਦੋਂ ਵੀ ਕੋਈ ਵੀ ਸ਼ਾਸਨ ਹੈ ਜਿਹੜੇ ਕਿ ਇੱਕ ਜੋ ਵੀ ਵਿਅਕਤੀ ਦੇ ਹੱਥਾਂ ਵਿੱਚ ਰਹੂਗਾ ਤਾਂ ਸਾਮਰਾਜ ਸਥਿਰ ਰਹੂਗਾ। ਬਟ ਜਦੋਂ ਇਹ ਯੋਗ ਸ਼ਾਸਕਾਂ ਤੋਂ ਅਯੋਗ ਸ਼ਾਸਕਾਂ ਕੋਲ ਚਲਾ ਜਾਊਗਾ ਤਾਂ ਅਯੋਗ ਸ਼ਾਸਕ ਤਾਂ ਜਿਹੜੇ ਕਿ ਆਪਣੇ ਸ਼ਾਸਨ ਨੂੰ ਸਹੀ ਢੰਗ ਨਾਲ ਚਲਾ ਹੀ ਨਹੀਂ ਸਕਣਗੇ, ਤਾਂ ਜਿਸ ਕਰਕੇ ਸਾਮਰਾਜ ਖਤਮ ਹੋ ਗਿਆ। ਭਾਵ ਕਿ ਜਿਹੜੇ ਪਹਿਲਾਂ ਚੰਦਰਗੁਪਤ ਮੌਰੀਆ ਸੀ, ਅਸ਼ੋਕ ਸੀ, ਇਹਨਾਂ ਨੇ ਤਾਂ ਐਨ ਵਧੀਆ ਅਗਵਾਈ ਕੀਤੀ, ਬਟ ਜਿਹੜੇ ਉਸ ਤੋਂ ਬਾਅਦ ਵਾਲੇ ਉੱਤਰਾਧਿਕਾਰੀ ਹੋਏ ਉਹਨਾਂ ਨੂੰ ਆਪਣਾ ਜਿਹੜਾ ਕਿ ਵਿਸ਼ਾਲ ਸਾਮਰਾਜ ਸੀ ਉਹਨੂੰ ਸਾਹਮਣਾ ਹੀ ਨਹੀਂ ਆਇਆ। ਠੀਕ ਆ, ਉਹਨਾਂ ਨੂੰ ਸੰਭਾਲ ਕਰਨੀ ਨਹੀਂ, ਜਿਸ ਕਰਕੇ ਸਾਮਰਾਜ ਖਤਮ ਹੋ ਗਿਆ। ਹੈਡਿੰਗ, ਵੱਧ ਤੋਂ ਵੱਧ ਹੈਡਿੰਗ ਯਾਦ ਰੱਖਣੇ ਨੇ ਸਟੂਡੈਂਟਸ। ਵਿੱਚੋਂ ਤੁਸੀਂ ਜਿਵੇਂ ਮਰਜ਼ੀ ਉਸ ਨੂੰ ਆਪਣੇ ਵਰਡਿੰਗ ਦੇ ਵਿੱਚ ਲਿਖ ਦਿਓ, ਬਟ ਹੈਡਿੰਗ ਮਸਟ ਤੁਹਾਡੇ ਯਾਦ ਹੋਣੇ ਚਾਹੀਦੇ ਨੇ ਪੱਕਾ। ਠੀਕ ਹੈ, ਅੱਗੇ ਹੈਗਾ ਸਾਮਰਾਜ ਦੀ ਵਿਸ਼ਾਲਤਾ। ਹਾਂਜੀ, ਅਸ਼ੋਕ ਦੇ ਸਮੇਂ ਜਿਹੜੇ ਕਿ ਮੌਰੀਆ ਸਾਮਰਾਜ ਬਹੁਤ ਵਿਸ਼ਾਲ ਹੋ ਗਿਆ ਸੀ। ਪਹਿਲਾਂ ਜਿਹੜੇ ਕਿ 4 ਪ੍ਰਾਂਤ ਤਾਂ ਚੰਦਰਗੁਪਤ ਮੌਰੀਆ ਦੇ ਸਮੇਂ ਸੀ ਤੇ ਅਸ਼ੋਕ ਨੇ ਜਿਹੜੇ ਕਿ 5ਵਾਂ ਪ੍ਰਾਂਤ ਜਿਹੜੀ ਕਿ ਕਲਿੰਗ ਜਿੱਤ ਲਿਆ ਸੀ, ਜਿਸ ਕਰਕੇ ਉਹ ਏਰੀਆ ਵੀ ਜਿਹੜੇ ਕਿ ਮੌਰੀਆ ਸਾਮਰਾਜ ਦੇ ਵਿੱਚ ਆ ਗਿਆ ਸੀ। ਤੇ ਉੱਤਰ ਵਿੱਚ ਹਿਮਾਲਿਆ, ਦੱਖਣ ਵਿੱਚ ਮੈਸੂਰ, ਪੂਰਬ ਦੇ ਵਿੱਚ ਬੰਗਾਲ ਤੇ ਉੱਤਰ ਪੱਛਮ ਅਫਗਾਨਿਸਤਾਨ ਤੱਕ ਫੈਲੇ ਹੋਏ ਸੀ। ਇੰਨੇ ਸਾਮਰਾਜ ਨੂੰ ਜਿਹੜੇ ਕਿ ਸਹੀ ਢੰਗ ਦੇ ਨਾਲ ਜਿਹੜੇ ਕਿ ਨਹੀਂ ਚਲਾ ਪਾਏ ਤੇ ਇਹ ਸਾਮਰਾਜ ਜਿਹੜੇ ਕਿ ਉਸ ਸਮੇਂ ਦੇ ਵਿੱਚ ਆਵਾਜਾਈ ਦੇ ਸਾਧਨਾਂ ਦੀ ਘਾਟ ਸੀ। ਠੀਕ ਹੈ, ਤੇ ਨਾ ਹੀ ਜਿਹੜੇ ਕਿ ਉਸ ਅਸ਼ੋਕ ਉਹਨਾਂ ਤੋਂ ਬਾਅਦ ਜਿਹੜੇ ਕਿ ਕੋਈ ਯੋਗ ਸ਼ਾਸਕ ਸਿੱਧ ਹੋਇਆ। ਠੀਕ ਹੈ, ਜਿਸ ਕਰਕੇ ਸਾਮਰਾਜ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੋ ਗਿਆ। ਭਾਵ ਕਿ ਇਹਨਾਂ ਦੋਨਾਂ ਚੀਜ਼ਾਂ ਦੀ ਅਨਹੋਂਦ ਹੋਊਗੀ, ਨਾ ਤਾਂ ਆਵਾਜਾਈ ਦੇ ਉન્નਤ ਸਾਧਨ ਸੀ ਕਿ ਹਰ ਇੱਕ ਪ੍ਰਾਂਤ ਦੇ ਵਿੱਚ ਸਹੀ ਤਰੀਕੇ ਨਾਲ ਨਿਗਰਾਨੀ ਰੱਖੀ ਜਾ ਸਕੇ, ਨਾ ਹੀ ਸ਼ਾਸਕ ਜਿਹੜੇ ਕਿ ਯੋਗ ਸਾਬਤ ਹੋਏ ਉਸ ਅਸ਼ੋਕ ਤੋਂ ਬਾਅਦ। ਠੀਕ ਹੈ, ਅੱਗੇ ਹੈਗਾ ਰਾਜਧਾਨੀ ਦਾ ਕੇਂਦਰ ਦੇ ਵਿੱਚ ਨਾ ਹੋਣਾ। ਮੌਰੀਆ ਸ਼ਾਸਕਾਂ ਨੇ ਪਾਟਲੀਪੁੱਤਰ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਤੇ ਇਹ ਨਗਰ ਹੈ ਜਿਹੜੇ ਕਿ ਉਹਨਾਂ ਦੇ ਮੈਸੂਰ ਤੇ ਅਫਗਾਨਿਸਤਾਨ ਤੱਕ ਆਦਿ ਜਿਹੜੇ ਸਰਹੱਦੀ ਸੂਬਿਆਂ ਤੋਂ ਕਾਫੀ ਦੂਰ ਸੀ। ਮਤਲਬ ਕਿ ਪਾਟਲੀਪੁੱਤਰ ਹੈ ਜਿਹੜੇ ਕਿ ਮੈਸੂਰ ਤੇ ਅਫਗਾਨਿਸਤਾਨ ਤੋਂ ਕਾਫੀ ਦੂਰ ਸੀ ਤੇ ਪਾਟਲੀਪੁੱਤਰ ਤੋਂ ਦੂਰ ਦੇ ਇਲਾਕਿਆਂ ਤੇ ਜਿਹੜੇ ਕਿ ਕੰਟਰੋਲ ਕਰਨਾ ਕੋਈ ਆਸਾਨ ਨਹੀਂ ਸੀ, ਜਿਸ ਕਰਕੇ ਜਿਹੜੇ ਕਿ ਇਹਨਾਂ ਪ੍ਰਦੇਸ਼ਾਂ ਦੇ ਗਵਰਨਰ ਸੀ ਉਹ ਆਪਣੇ ਆਪ ਦੇ ਵਿੱਚ ਆਜ਼ਾਦ ਹੋ ਗਏ। ਤਾਂ ਆਜ਼ਾਦ ਹੋ ਕੇ ਉਹੀ ਜਿਹੜੇ ਕਿ ਆਪਣੇ ਸਾਮਰਾਜ ਦੇ ਮੌਰੀਆ ਸਾਮਰਾਜ ਦੇ ਵਿਰੁੱਧ ਕਈ ਵਾਰ ਖੜੇ ਹੋ ਜਾਂਦੇ ਸੀ। ਠੀਕ ਹੈ, ਤੇ ਜਾਂ ਜਿਹੜੇ ਕਿ ਉਹ ਖੁਦ ਜਿਹੜੇ ਕਿ ਆਪਣੇ ਆਪ ਨੂੰ ਉਹਨਾਂ ਦਾ ਹਿੱਸਾ ਨਹੀਂ ਸਮਝਦੇ ਸੀ, ਜਿਸ ਕਰਕੇ ਜਿਹੜੇ ਕਿ ਇਹ ਸਾਮਰਾਜ ਖਤਮ ਹੋ ਗਿਆ ਤੇ ਜਿਹੜਾ ਸੈਂਟਰ ਦੇ ਵਿੱਚੋਂ ਰਾਜਧਾਨੀ ਦੇ ਵਿੱਚੋਂ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਜਿਹੜੇ ਕਿ ਕੰਟਰੋਲ ਕਰਨਾ ਠੀਕ ਸਾਬਤ ਜਿਹੜੇ ਕਿ ਨਾ ਹੋਇਆ, ਜਿਸ ਕਰਕੇ ਸਾਮਰਾਜ ਖਤਮ ਹੋ ਗਿਆ। ਅੱਗੇ ਹੈਗਾ ਦੂਰ ਦੇ ਪ੍ਰਾਂਤਾਂ ਵਿੱਚ ਕਰਮਚਾਰੀਆਂ ਦੇ ਅਤਿਆਚਾਰ। ਹਾਂਜੀ, ਹੁਣ ਮੌਰੀਆ ਸਾਮਰਾਜ ਦੇ ਦੂਰ ਦੇ ਪ੍ਰਾਂਤਾਂ ਦੇ ਵਿੱਚ ਸ਼ਾਸਨ ਪ੍ਰਬੰਧ ਜਿਹੜੇ ਕਿ ਸੰਤੋਖਜਨਕ ਨਹੀਂ ਸੀ। ਜਿਵੇਂ ਦੂਰ ਦੇ ਪ੍ਰਾਂਤ ਆਪਾਂ ਲਗਾ ਲਓ ਅਫਗਾਨਿਸਤਾਨ ਦਾ ਸੀ, ਮੈਸੂਰ ਵਾਲਾ, ਮਤਲਬ ਕਿ ਦੂਰ ਦੇ ਜਿਹੜੇ ਇਲਾਕੇ ਸੀ ਉਹਨਾਂ ਦੇ ਵਿੱਚ ਰਾਜਧਾਨੀ ਤੋਂ ਵੀ ਕਾਫੀ ਦੂਰ ਸੀ ਉਹ, ਜਿਸ ਕਰਕੇ ਉਹਨਾਂ ਤੇ ਕੰਟਰੋਲ ਕਰਨਾ ਜਿਹੜਾ ਕਿ ਮੁਸ਼ਕਿਲ ਹੋ ਰਿਹਾ ਸੀ। ਤੇ ਇਸ ਗੱਲ ਦੀ ਜਿਹੜੇ ਕਿ ਆਪਾਂ ਨੂੰ ਜਾਣਕਾਰੀ ਮਿਲਦੀ ਕਿ ਬਿੰਦੂਸਾਰ ਦੇ ਸ਼ਾਸਨ ਕਾਲ ਦੇ ਵਿੱਚ ਜਦੋਂ ਤਕਸੀਲਾ ਦੇ ਵਿੱਚ ਵਿਦਰੋਹ ਹੋਇਆ ਸੀ, ਅਸ਼ੋਕ ਉਹਨੂੰ ਦਬਾਉਣ ਦੇ ਵਿੱਚ ਉੱਥੇ ਪਹੁੰਚਿਆ ਤਾਂ ਲੋਕਾਂ ਨੇ ਕਿਹਾ ਸੀ ਕਿ ਨਾ ਤਾਂ ਅਸੀਂ ਕੁਮਾਰ ਦੇ ਵਿਰੁੱਧ ਹਾਂ ਤੇ ਨਾ ਹੀ ਸਮਰਾਟ ਬਿੰਦੂਸਾਰ ਦੇ, ਪਰ ਦੁਸ਼ਟ ਅਫਸਰ ਸਾਨੂੰ ਬਹੁਤ ਤੰਗ ਕਰਦੇ ਨੇ। ਮਤਲਬ ਕਿ ਜਿਹੜੇ ਕਿ ਦੂਰ ਜਿਹੜੇ ਪ੍ਰਾਂਤ ਸੀ ਤਾਂ ਉਹਨਾਂ ਦੇ ਵਿੱਚ ਜਿਹੜੇ ਕਿ ਜਿਵੇਂ ਚੰਦਰਗੁਪਤ ਮੌਰੀਆ ਸੀ ਜਾਂ ਬਿੰਦੂਸਾਰ ਸੀ ਜਾਂ ਅਸ਼ੋਕ ਸੀ ਜਾਂ ਉਸ ਤੋਂ ਬਾਅਦ ਵਾਲੇ ਉੱਤਰਾਧਿਕਾਰ ਸੀ, ਜਿਹੜੇ ਦੂਰ ਦੇ ਇਲਾਕੇ ਸੀ ਉਹਨਾਂ ਨੂੰ ਉਹ ਜਿਹੜੇ ਕਿ ਖੁਦ ਅੱਗੇ ਕਰਮਚਾਰੀ ਨੂੰ ਭੇਜ ਦਿੰਦੇ ਸੀ ਵੀ ਤੁਸੀਂ ਕੰਟਰੋਲ ਰੱਖਣਾ। ਬਟ ਜਿਹੜੇ ਉਹ ਕਰਮਚਾਰੀ ਸੀ ਉਹ ਜਨਤਾ ਨਾਲ ਵਧੀਆ ਵਿਵਹਾਰ ਨਹੀਂ ਕਰਦੇ ਸੀ, ਜਨਤਾ ਤੇ ਅਤਿਆਚਾਰ ਕਰਦੇ ਸੀ, ਜਿਸ ਕਰਕੇ ਉਹ ਜਨਤਾ ਸਾਰੀ ਜਿਹੜੇ ਕਿ ਉਹਨਾਂ ਦੇ ਵਿਰੁੱਧ ਹੋ ਜਾਂਦੀ ਸੀ, ਸਮਰਾਟ ਦੇ ਵਿਰੁੱਧ ਹੋ ਜਾਂਦੀ ਸੀ। ਠੀਕ ਹੈ, ਤਾਂ ਕਰਕੇ ਜਿਹੜੇ ਕਿ ਉਹ ਵਿਦਰੋਹ ਹੋਣ ਕਾਰਨ ਦੇ ਨਾਲ ਵਿਦਰੋਹਾਂ ਦੇ ਕਰਕੇ ਜਿਹੜੇ ਕਿ ਮੌਰੀਆ ਸਾਮਰਾਜ ਖਤਮ ਹੋਣਾ ਸ਼ੁਰੂ ਹੋ ਗਿਆ। ਤੇ ਧਨ ਦੀ ਕਮੀ। ਹਾਂਜੀ, ਸ਼ਾਸਨ ਦੀ ਢਿੱਲ ਦਾ ਵੱਡਾ ਕਾਰਨ ਕੀ ਸੀ ਕਿ ਧਨ ਦੀ ਕਮੀ ਹੋ ਗਈ ਸੀ, ਧਨ ਦੀ ਅਣਹੋਂਦ ਹੋ ਗਈ ਸੀ। ਰਾਜ ਨੂੰ ਸ਼ਾਹੀ ਢੰਗ ਦੇ ਨਾਲ ਚਲਾਉਣ ਦੇ ਲਈ, ਵਿਦਰੋਹਾਂ ਨੂੰ ਦਬਾਉਣ ਦੇ ਲਈ ਸੈਨਾ ਦੇ ਵੱਲ ਧਨ ਦੀ ਬਹੁਤ ਜ਼ਰੂਰਤ ਸੀ। ਤਾਂ ਅਸ਼ੋਕ ਨੇ ਪਰਜਾ ਹਿੱਤੀ ਕੰਮ ਇੰਨੇ ਕੀਤੇ, ਸਤੂਪ ਬਣਾਏ, ਵਿਹਾਰ ਬਣਾਏ, ਸ਼ਿਲਾਲੇਖ ਬਣਾਏ, ਧਰਮ ਦੇ ਪ੍ਰਚਾਰ ਲਈ ਕਾਫੀ ਜ਼ਿਆਦਾ ਧਨ ਖਰਚ ਕਰਤਾ, ਜਿਸ ਕਰਕੇ ਬਾਅਦ ਦੇ ਵਿੱਚ ਧਨ ਦੀ ਕਮੀ ਹੋ ਗਈ। ਤੇ ਧਨ ਦੀ ਕਮੀ ਕਰਕੇ ਅਸ਼ੋਕ ਦੇ ਜਿਹੜੇ ਉੱਤਰਾਧਿਕਾਰੀ ਸੀ ਉਹਨਾਂ ਨੇ ਮਿਸ਼ਰ ਸਿੱਕੇ ਚਲਾਤੇ। ਠੀਕ ਹੈ, ਸੋਨੇ
ਦੀਆਂ ਮੂਰਤੀਆਂ ਨੂੰ ਢਾਲਣਾ ਉਹਨਾਂ ਨੂੰ ਪੈ ਗਿਆ, ਜਿਸ ਕਰਕੇ ਮੌਰੀਆ ਸਾਮਰਾਜ ਜਿਹੜੇ ਕਿ ਉਹਦੀਆਂ ਨੀਹਾਂ ਹਿੱਲਣ ਲੱਗੀਆਂ। ਅੱਗੇ ਹੈ ਅੰਦਰੂਨੀ ਵਿਦਰੋਹ। ਮੌਰੀਆ ਵੰਸ਼ ਦੇ ਕਮਜ਼ੋਰ ਉੱਤਰਾਧਿਕਾਰੀ ਜਿਹੜੇ ਕਿ ਅਨੁਚਿਤ ਲਾਭ ਉਠਾ ਕੇ ਦੂਰ ਦੇ ਪ੍ਰਾਂਤਾਂ ਦੇ ਜਿਹੜੇ ਗਵਰਨਰ ਸੀ ਉਹਨਾਂ ਨੇ ਵਿਦਰੋਹ ਕਰਤਾ। ਭਾਵ ਕਿ ਜਿਵੇਂ ਦੂਰ ਦੂਰ ਦੇ ਜਿਹੜੇ ਪ੍ਰਾਂਤ ਸੀ, ਉਹਨਾਂ ਨੇ ਮੌਰੀਆ ਜਿਹੜੇ ਰਾਜੇ ਸੀ ਉਹਨਾਂ ਦੇ ਵਿਰੁੱਧ ਹੀ ਵਿਦਰੋਹ ਕਰਤੇ, ਕਿਉਂਕਿ ਇਹ ਜਿਹੜੇ ਰਾਜੇ ਅਯੋਗ ਸਾਬਤ ਹੋ ਰਹੇ ਸੀ। ਤਾਂ ਅਯੋਗ ਰਾਜੇ ਤੋਂ ਕੋਈ ਵੀ ਜਿਹੜੇ ਕਿ ਨਹੀਂ ਡਰਦੇ ਹੈਗੇ, ਜਿਸ ਕਰਕੇ ਉਹ ਨਹੀਂ ਡਰਦੇ ਸੀ ਤਾਂ ਉਹਨਾਂ ਨੇ ਜਿਹੜੇ ਦੂਰ ਦੂਰ ਦੇ ਗਵਰਨਰ ਸੀ ਉਹਨਾਂ ਨੇ ਰਾਜੇ ਦੇ ਵਿਰੁੱਧ ਵਿਦਰੋਹ ਕਰਨੇ ਸ਼ੁਰੂ ਕਰਤੇ। ਜਿਵੇਂ ਕਲਿੰਗ ਅਤੇ ਕਸ਼ਮੀਰ ਦੇ ਵਿੱਚ ਜਾਲੋਕ, ਕੰਧਾਰ ਦੇ ਵਿੱਚ ਵੇਰਸੇਨ, ਠੀਕ ਹੈ, ਇਹ ਆਜ਼ਾਦ ਹੋ ਗਏ ਤੇ ਇਹਨਾਂ ਨੇ ਰਾਜੇ ਦੇ ਵਿਰੁੱਧ ਵਿਦਰੋਹ ਕਰਤੇ। ਤੇ ਕਲਿੰਗ ਅਤੇ ਵਿਦਰਭ ਵੀ ਰਾਜਾ ਜਿਹੜੇ ਕਿ ਸਾਮਰਾਜ ਤੋਂ ਅਲੱਗ ਹੋ ਗਏ ਤੇ ਕਮਜ਼ੋਰ ਰਾਜੇ ਦੂਰ ਦੇ ਪ੍ਰਾਂਤਾਂ ਦੇ ਵਿਦਰੋਹ ਨੂੰ ਦਬਾਉਣ ਦੇ ਵਿੱਚ ਅਸਮਰੱਥ ਰਹਿੰਦੇ ਸੀ, ਜਿਸ ਕਰਕੇ ਸਾਮਰਾਜ ਹੌਲੀ ਹੌਲੀ ਖਤਮ ਹੋ ਗਿਆ। ਅੱਗੇ ਹੈਗਾ ਵਿਦੇਸ਼ੀ ਹਮਲੇ। ਹਾਂਜੀ, ਮੌਰੀਆ ਸਮਰਾਟ ਦੀ ਗਿਰਾਵਟ ਨੂੰ ਦੇਖ ਕੇ ਜਿਹੜੇ ਵਿਦੇਸ਼ੀ ਲੋਕ ਸੀ ਉਹਨਾਂ ਦਾ ਵੀ ਸਾਹਸ ਜਿਹੜੇ ਕਿ ਵੱਧ ਗਿਆ। ਉਹਨਾਂ ਨੂੰ ਵੀ ਲੱਗਿਆ ਜੀ ਵੀ ਮੌਰੀਆ ਸਾਮਰਾਜ ਦਾ ਜਿਹੜੇ ਕਿ ਪਤਨ ਦੇ ਵੱਲ ਜਾ ਰਿਹਾ ਹੈ, ਇਹਦੇ ਜਿਹੜੇ ਕਿ ਉੱਤਰਾਧਿਕਾਰੀ ਵੀ ਕਮਜ਼ੋਰ ਨੇ ਤੇ ਆਪਸ ਦੇ ਵਿੱਚ ਲੜੀ ਜਾਂਦੇ ਨੇ, ਤਾਂ ਕਰਕੇ ਉਹਨਾਂ ਨੇ ਭਾਰਤ ਦੇ ਸਰਹੱਦੀ ਇਲਾਕਿਆਂ ਤੇ ਹਮਲੇ ਕਰਨੇ ਸ਼ੁਰੂ ਕਰਤੇ। ਤਾਂ ਅਸ਼ੋਕ ਦੇ ਕਮਜ਼ੋਰ ਉੱਤਰਾਧਿਕਾਰੀ ਉਹਨਾਂ ਦੇ ਹਮਲਿਆਂ ਦਾ ਜਿਹੜੇ ਕਿ ਸਾਹਮਣਾ ਨਾ ਕਰ ਸਕੇ, ਜਿਸ ਕਰਕੇ ਯੂਨਾਨੀਆਂ ਦੇ ਹਮਲਿਆਂ ਦੇ ਕਾਰਨ ਮੌਰੀਆ ਵੰਸ਼ ਜਿਹੜੇ ਕਿ ਹੋਰ ਵੀ ਕਮਜ਼ੋਰ ਹੋ ਗਿਆ। ਅੱਗੇ ਹੈਗਾ ਬ੍ਰਾਹਮਣਾਂ ਦੀ ਪ੍ਰਤੀਕਿਰਿਆ। ਹਾਂਜੀ, ਕਈ ਰਾਈਟਰਾਂ ਦਾ ਵਿਚਾਰ ਹੈ ਕਿ ਮੌਰੀਆ ਸਾਮਰਾਜ ਦੇ ਪਤਨ ਦੇ ਲਈ ਬ੍ਰਾਹਮਣਾਂ ਦੀ ਪ੍ਰਤੀਕਿਰਿਆ ਵੀ ਜ਼ਿੰਮੇਵਾਰ ਆ। ਉਹਨਾਂ ਦੇ ਵਿਚਾਰ ਅਨੁਸਾਰ ਅਸ਼ੋਕ ਦੀ ਧਾਰਮਿਕ ਨੀਤੀ ਦੇ ਨਾਲ ਜਿੱਥੇ ਬੁੱਧ ਧਰਮ ਨੂੰ ਲਾਭ ਹੋਇਆ, ਉੱਥੇ ਇਸ ਧਰਮ ਦੇ ਇਸ ਨੀਤੀ ਦੇ ਵਿਰੁੱਧ ਜਿਹੜੇ ਕਿ ਬ੍ਰਾਹਮਣ ਸੀ ਜਿਹੜੇ ਉਹ ਉਹਨਾਂ ਦੇ ਵਿਸ਼ੇਸ਼ ਅਧਿਕਾਰ ਸੀ, ਜਿਹੜੇ ਕਿ ਉਹਨਾਂ ਦਾ ਸਮਾਜਿਕ ਜਿਹੜਾ ਮਾਨ ਸਨਮਾਨ ਸੀ ਉਹ ਘਟ ਗਿਆ। ਤੇ ਅਸ਼ੋਕ ਨੇ ਪਸ਼ੂ ਬਲੀ ਉੱਤੇ ਪਾਬੰਦੀ ਲਗਾਤੀ ਤੇ ਧਰਮ ਮਹਾਮਾਤਰਾ ਦੀ ਨਿਯੁਕਤੀ ਦੇ ਨਾਲ ਬ੍ਰਾਹਮਣਾਂ ਦਾ ਪ੍ਰਭਾਵ ਘਟ ਗਿਆ, ਕਿਉਂਕਿ ਇਹ ਸਾਰੇ ਪਹਿਲਾਂ ਕੰਮ ਬ੍ਰਾਹਮਣ ਕਰਦੇ ਸੀ, ਬਟ ਅਸ਼ੋਕ ਨੇ ਜਿਹੜੇ ਕਿ ਬਲੀਆਂ ਤੇ ਜੱਗਾਂ ਤੇ ਪਾਬੰਦੀ ਲਗਾਤੀ। ਇਸ ਤੋਂ ਇਲਾਵਾ ਉਹਨੇ ਧਰਮ ਮਹਾਮਾਤਰਾ ਨਿਯੁਕਤ ਕਰਤੀ ਤੇ ਦੰਡ ਵਿਧਾਨ ਦੇ ਵਿੱਚ ਵੀ ਇੱਕ ਰੂਪਤਾ ਲਿਆਉਣ ਦੇ ਲਈ ਬ੍ਰਾਹਮਣ ਤੇ ਦੰਡ ਸੰਬੰਧੀ ਵੀ ਬ੍ਰਾਹਮਣ ਨੂੰ ਜਿਹੜੇ ਅਧਿਕਾਰ ਪ੍ਰਾਪਤ ਸੀ ਉਹ ਖਤਮ ਕਰਤੇ। ਤਾਂ ਅਸ਼ੋਕ ਨੇ ਇੱਕ ਸ਼ਿਲਾਲੇਖ ਦੇ ਵਿੱਚ ਬ੍ਰਾਹਮਣਾਂ ਨੂੰ ਝੂਠੇ ਦੇਵਤੇ ਕਿਹਾ। ਤਾਂ ਇਹ ਸਾਰੇ ਫਰਮਾਨ ਇੱਕ ਸ਼ੂਦਰ ਜਾਂ ਰਾਜਾ ਅਸ਼ੋਕ ਵੱਲੋਂ ਜਾਰੀ ਕੀਤੇ ਗਏ। ਠੀਕ ਹੈ, ਇੱਕ ਸ਼ੂਦਰ ਰਾਜਾ ਅਸ਼ੋਕ ਵੱਲੋਂ ਜਾਰੀ ਕੀਤੇ ਗਏ ਸਨ ਤੇ ਬਿਨਾਂ ਸ਼ੱਕ ਜਿਸ ਕਰਕੇ ਬ੍ਰਾਹਮਣਾਂ ਦੇ ਵਿੱਚ ਪ੍ਰਤੀਕਿਰਿਆ ਹੋਈ। ਠੀਕ ਆ, ਭਾਵ ਕਿ ਜਿਸ ਕਰਕੇ ਕੋਈ ਡਾਊਟ ਨਹੀਂ ਹੈ ਕਿ ਬ੍ਰਾਹਮਣ ਉਹਦੇ ਵਿਰੁੱਧ ਨਹੀਂ ਹੋਣੇ ਸੀ, ਤਾਂ ਬ੍ਰਾਹਮਣ ਉਹਦੇ ਵਿਰੁੱਧ ਹੋ ਗਏ। ਤਾਂ ਉਹਨਾਂ ਨੇ ਆਪਣੇ ਅਪਮਾਨ ਦਾ ਬਦਲਾ ਲੈਣ ਦੇ ਲਈ ਜਿਹੜੇ ਕਿ ਉਹਨਾਂ ਦਾ ਸੈਨਾਪਤੀ ਪੁਸ਼ਯਮਿੱਤਰ ਜਿਹੜਾ ਕਿ ਇੱਕ ਬ੍ਰਾਹਮਣ ਸੀ, ਠੀਕ ਆ, ਉਹਨੂੰ ਭੜਕਾਇਆ ਤੇ ਉਹਨੇ ਮੌਰੀਆ ਸਾਮਰਾਜ ਦਾ ਅੰਤਿਮ ਜਿਹੜਾ ਸ਼ਾਸਕ ਸੀ ਬ੍ਰਹਿਦਰਥ, ਉਹਦਾ ਕਤਲ ਕਰਤਾ ਤੇ ਮੌਰੀਆ ਸਾਮਰਾਜ ਦਾ ਖਾਤਮਾ ਕਰਤਾ। ਭਾਵ ਕਿ ਜਿਹੜੇ ਕਿ ਮੌਰੀਆ ਸਾਮਰਾਜ ਕਿਹਨੇ ਕੀਤਾ ਸੀ ਖਤਮ? ਪੁਸ਼ਯਮਿੱਤਰ ਨੇ। ਠੀਕ ਆ, ਪੁਸ਼ਯਮਿੱਤਰ ਇੱਕ ਬ੍ਰਾਹਮਣ ਸੀ, ਠੀਕ ਆ, ਉਹ ਸੈਨਾਪਤੀ ਸੀ ਤੇ ਉਹਨੇ ਪੁਸ਼ਯਮਿੱਤਰ ਨੇ ਬ੍ਰਹਿਦਰਥ ਸੀ ਜਿਹੜਾ ਮੌਰੀਆ ਵੰਸ਼ ਦਾ ਆਖਰੀ ਰਾਜਾ, ਉਹਦਾ ਕਤਲ ਕਰਕੇ ਜਿਹੜੇ ਮੌਰੀਆ ਵੰਸ਼ ਦਾ ਖਾਤਮਾ ਕਰਤਾ ਸੀ। ਤੇ ਪੁਸ਼ਯਮਿੱਤਰ ਉਹਨੇ ਸ਼ੁੰਗ ਵੰਸ਼ ਦੀ ਅੱਗੇ ਨੀਂਹ ਰੱਖਤੀ ਸੀ। ਅੱਗੇ ਹੈਗਾ ਤਤਕਾਲੀਕਰਨ। ਪੁਸ਼ਯਮਿੱਤਰ ਇਹੀ ਪੁਆਇੰਟ ਆ ਜਾਊਗਾ। ਪੁਸ਼ਯਮਿੱਤਰ ਮੌਰੀਆ ਸ਼ਾਸਕ ਬ੍ਰਹਿਦਰਥ ਦਾ ਜਿਹੜੇ ਕਿ ਸੈਨਾਪਤੀ ਸੀ, ਮਤਲਬ ਕਿ ਜਿਹੜਾ ਮੌਰੀਆ ਵੰਸ਼ ਦਾ ਆਖਰੀ ਰਾਜਾ ਸੀ ਬ੍ਰਹਿਦਰਥ, ਉਹਦਾ ਹੀ ਸੈਨਾਪਤੀ ਸੀ ਪੁਸ਼ਯਮਿੱਤਰ। ਤੇ ਪੁਸ਼ਯਮਿੱਤਰ ਜਿਹੜੇ ਕਿ ਖੁਦ ਸ਼ਾਸਕ ਬਣਨ ਦੇ ਸੁਪਨੇ ਲੈ ਰਿਹਾ ਸੀ, ਜਿਸ ਕਰਕੇ ਉਹਨੇ ਹਿੰਦੂਆਂ ਤੇ ਖਾਸ ਕਰਕੇ ਬ੍ਰਾਹਮਣਾਂ ਦੇ ਵਿੱਚ ਸਾਮਰਾਜ ਦੇ ਵਿਰੁੱਧ ਜਿਹੜੀ ਕਿ ਈਰਖਾ ਉਹਦੇ ਮਨ ਦੇ ਵਿੱਚ ਸੀ ਵੀ ਉਹ ਈਰਖਾ ਰੱਖਦੇ ਨੇ। ਠੀਕ, ਉਹਨਾਂ ਦੇ ਮਨਾਂ ਦੇ ਵਿੱਚ ਸੀ ਵੀ ਰਾਜਾ ਨੇ ਜਿਹੜੇ ਕਿ ਬ੍ਰਾਹਮਣਾਂ ਦੇ ਅਧਿਕਾਰ ਆ ਜਿਹੜੇ ਕਿ ਬਹੁਤ ਜ਼ਿਆਦਾ ਉਹਨਾਂ ਦੇ ਘਟਾਤੇ, ਜਿਸ ਕਰਕੇ ਉਹਨਾਂ ਦੇ ਵਿਰੁੱਧ ਹੋਏ ਸੀ। ਤਾਂ ਜਿਸ ਕਰਕੇ ਪੁਸ਼ਯਮਿੱਤਰ ਨੇ ਬ੍ਰਾਹਮਣਾਂ ਦੇ ਸਹਿਯੋਗ ਦੇ ਨਾਲ 184 ਈਸਵੀ ਪੂਰਵ ਦੇ ਵਿੱਚ ਬ੍ਰਹਿਦਰਥ ਮੌਰੀਆ ਵੰਸ਼ ਦਾ ਜਿਹੜਾ ਆਖਰੀ ਰਾਜਾ ਸੀ ਉਹਦਾ ਕਤਲ ਕਰਤਾ ਤੇ ਸ਼ੁੰਗ ਵੰਸ਼ ਦੀ ਸਥਾਪਨਾ ਕਰਤੀ। ਤੇ ਇਹ ਸਾਰੇ ਕਾਰਨ ਸੀ ਜਿਹੜੇ ਕਿ ਮੌਰੀਆ ਵੰਸ਼ ਦੇ ਪਤਨ ਦੇ ਕਾਰਨ। ਦੁਬਾਰਾ ਰਿਪੀਟ ਕਰਦੇ ਆਪਾਂ ਹੈਡਿੰਗ ਤਾਂ ਕਿ ਤੁਹਾਡੇ ਯਾਦ ਹੋ ਜਾਣ। ਪਹਿਲਾਂ ਅਸ਼ੋਕ ਦੀ ਜ਼ਿੰਮੇਵਾਰੀ, ਕਮਜ਼ੋਰ ਉੱਤਰਾਧਿਕਾਰੀ ਕਾਨੂੰਨ ਦੀ ਅਣਹੋਂਦ, ਤਾਨਾਸ਼ਾਹੀ ਸ਼ਾਸਨ, ਸਾਮਰਾਜ ਦੀ ਵਿਸ਼ਾਲਤਾ, ਰਾਜਧਾਨੀ ਦਾ ਕੇਂਦਰ ਦੇ ਵਿੱਚ ਨਾ ਹੋਣਾ, ਦੂਜੇ ਪ੍ਰਾਂਤਾਂ ਦੇ ਵਿੱਚ ਕਰਮਚਾਰੀਆਂ ਦੇ ਅਤਿਆਚਾਰ ਹੋਣਾ, ਧਨ ਦੀ ਕਮੀ ਹੋਣਾ, ਅੰਦਰੂਨੀ ਬਗਾਵਤਾਂ, ਵਿਦੇਸ਼ੀ ਹਮਲੇ, ਬ੍ਰਾਹਮਣਾਂ ਦੀ ਪ੍ਰਤੀਕਿਰਿਆ, ਠੀਕ ਹੈ, ਤੇ ਤਤਕਾਲੀਕਰਨ। ਥੈਂਕਸ।